ਜਿਹੜੀਆਂ ਮੌਜੂਦਾ ਪ੍ਰਸਥਿਤੀਆਂ ਬਣੀਆਂ ਹੋਈਆਂ ਨਵਜੋਤ ਸਿੱਧੂ ਦਾ ਤਾਂ ਪਤਾ ਨਹੀਂ ਕੀ ਬਣੇਗਾ, ਪਰ ਘੱਟੋ ਘੱਟ ਇੰਜ ਲੱਗ ਰਿਹਾ ਹੈ ਕਿ ਕੈਪਟਨ ਅਮਰਿੰਦਰ ਨੂੰ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਉਹਨਾਂ ਦੀ ਲੀਡਰਸ਼ਿਪ ਤੇ ਬਹੁਤ ਵੱਡਾ ਸਵਾਲੀਆ ਨਿਸ਼ਾਨ ਇਸ ਵੇਲੇ ਲੱਗਦਾ ਨਜ਼ਰ ਆ ਰਿਹਾ ਹੈ। ਤੁਹਾਡੀ ਗੱਲ ਬਿਲਕੁਲ ਠੀਕ ਹੈਗੀ ਏ ਕਿ ਮੇਰੇ ਖਿਆਲ ਵਿੱਚ ਕੈਪਟਨ ਅਮਰਿੰਦਰ ਸਿੰਘ ਜਿਨ੍ਹਾਂ ਨੇ 4 ਸਾਲ ਦਾ ਆਪਣਾ ਕਾਰਜਕਾਲ ਬੜੇ ਆਰਾਮ ਦੇ ਨਾਲ ਪੂਰਾ ਕੀਤਾ ਹੈ ਔਰ ਬਹੁਤ ਮੌਜ ਮੇਲੇ ਦੇ ਨਾਲ ਪੂਰਾ ਕੀਤਾ ਹੈ, ਐਸ਼ੋ ਆਰਾਮ ਨਾਲ ਪੂਰਾ ਕੀਤਾ ਹੈ, ਉਹਨਾਂ ਨੂੰ ਹੁਣ ਪਹਿਲੀ ਵਾਰੀ ਇਹ ਨਜ਼ਰ ਆ ਰਿਹਾ ਹੈ ਕਿ ਉਹ ਮੁਸ਼ਕਲਾਂ 'ਚ ਘਿਰ ਗਏ ਨੇ ਕਿ ਜੋ ਉਹ ਵਾਅਦੇ ਕਰਕੇ ਆਏ ਸੀ, ਚਾਹੇ ਉਹ ਗੁਟਕਾ ਸਾਹਿਬ ਦੀਆਂ ਸਹੁੰਆਂ ਚੁੱਕੀਆਂ ਸੀ ਜਾਂ ਦੂਜੇ ਵਾਅਦੇ ਸੀ, ਉਹ ਵਾਅਦੇ ਮੈਨੂੰ ਲੱਗਦਾ ਕਿ ਉਹਨਾਂ ਨੇ ਪਿਛਲੇ 4 ਸਾਲ ਯਾਦ ਨਹੀਂ ਰੱਖੇ। ਇੱਕ ਜਿਹੜੇ ਸਾਡੇ ਵਿਧਾਨਕਾਰ ਨੇ ਸੁਖਪਾਲ ਸਿੰਘ ਭੁੱਲਰ, ਉਹਨਾਂ ਦੇ ਘਰ ਖਾਣੇ ਤੇ ਵੀ ਇਕੱਠੇ ਸੀ, ਉੱਥੇ ਉਹ ਸਾਰੇ ਕਹਿ ਰਹੇ ਸੀ ਕਿ ਜੀ ਕੈਪਟਨ ਅਮਰਿੰਦਰ ਸਿੰਘ ਨੇ ਸਾਡਾ ਬੇੜਾ ਗਰਕ ਕਰਤਾ। ਹਰਕਮਲ ਜੀ ਨੇ ਜਿਸ ਮੁੱਦੇ ਤੇ ਚਰਚਾ ਕੀਤੀ ਹੈ ਨਵਜੋਤ ਸਿੱਧੂ ਕੈਪਟਨ ਅਮਰਿੰਦਰ, ਸਵਾਲ ਕੋਈ ਦੋਹਾਂ ਦਾ ਵਿਅਕਤੀਗਤ ਨਹੀਂ, ਕਿਉਂਕਿ ਹਾਕਮ ਧਿਰ ਦੇ ਨਾਲ ਜੁੜੇ ਹੋਏ ਨੇਤਾ ਤੇ ਜਿੱਥੇ ਲਿਆ ਕੇ ਇਸ ਵੇਲੇ ਗੱਲ ਖੜੀ ਕਰ ਦਿੱਤੀ ਹੈ ਨਵਜੋਤ ਸਿੱਧੂ ਨੇ ਤੇ ਕੈਪਟਨ ਅਮਰਿੰਦਰ ਨੇ, ਇਹਨਾਂ ਪਰਿਸਥਿਤੀਆਂ 'ਚ ਕੀ ਲੱਗਦਾ ਕਿ ਕੀ ਹੋਣ ਜਾ ਰਿਹਾ ਹੈ? ਪੰਜਾਬ ਦੀ ਕਾਂਗਰਸ ਦੇ ਵਿੱਚ ਜਿਹੜਾ ਮੌਜੂਦਾ ਘਟਨਾਕ੍ਰਮ ਹੈ, ਇਹਦੇ ਸਿੱਧੇ ਤਾਨੇ ਬਾਨੇ ਜਿਹੜੇ ਨੇ ਉਹ ਕੇਂਦਰ ਦੇ ਕਾਂਗਰਸ ਹਾਈ ਕਮਾਂਡ ਦੇ ਨਾਲ ਜੁੜੇ ਹੋਏ ਆ। ਇਹ ਉਹਦੀ ਕਮਜ਼ੋਰੀ ਕਰਕੇ ਪੰਜਾਬ ਦੇ ਵਿੱਚ ਇਹ ਸਾਰਾ ਮੈਂ ਸਮਝਦਾ ਹੈ ਕਿ ਉਬਾਲ ਆਇਆ, ਤਾਂ ਮੇਰਾ ਨਹੀਂ ਸਮਝਦਾ ਹੈ ਕਿ ਉਹ ਕੋਈ ਇਹੋ ਜਿਹਾ ਕਦਮ ਫਿਲਹਾਲ ਦੀ ਘੜੀ ਹੈ ਚੱਕਣਗੇ ਕਿ ਜਿਹਦੇ ਨਾਲ ਪੰਜਾਬ ਦੇ ਵਿੱਚ ਜਿੱਥੇ ਸਰਕਾਰ 4.5 ਸਾਲ ਦੀ ਚੱਲ ਰਹੀ ਹੈ ਉਹ ਇਹਦੇ ਉੱਤੇ ਸਵਾਲੀਆ ਨਿਸ਼ਾਨ ਲਾ ਦੇਣ। ਦੇਖੋ ਆਪਾਂ ਧਿਆਨ ਨਾਲ ਅਗਰ ਦੇਖੀਏ ਸਿਚੁਏਸ਼ਨ ਨੂੰ ਐਨਾਲਾਈਜ਼ ਕਰੀਏ ਤਾਂ ਕੈਪਟਨ ਅਮਰਿੰਦਰ ਦੇ ਖਿਲਾਫ ਇਹ ਜਿਹੜੇ ਡਿਸੀਡੈਂਟ ਜਿਹੜੇ ਕੱਲ੍ਹ ਤੱਕ ਦੇ ਮਿਨਿਸਟਰ ਸੀ ਉਹ ਅੱਜ ਡਿਸੀਡੈਂਟ ਬਣੇ ਹੋਏ ਆ। ਥੋੜਾ ਸਾ ਚੰਦੂ ਮਾਜਰਾ ਦੇ ਆਪਣੇ 2-4 ਸਾਥੀਆਂ ਨੂੰ ਨਾਲੋਂ ਨਾਲ ਲੈ ਕੇ ਪੰਜਾਬੀ 'ਚ ਜਿਹਨੂੰ ਕਹਿੰਦੇ ਆ ਕਿ ਵੱਟੋ ਵੱਟ ਤੁਰੇ ਫਿਰਦੇ ਸੀ। ਇਹਦੇ ਬਾਵਜੂਦ ਜਦੋਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਆਈਆਂ, ਆਪਾਂ ਨਤੀਜੇ ਸਾਰੇ ਜਾਣਦੇ ਹਾਂ, ਬਾਦਲ ਸੱਤਾ ਤੋਂ ਬਾਹਰ ਹੋ ਗਿਆ। ਨਵਜੋਤ ਸਿੱਧੂ ਤੇ ਕੈਪਟਨ ਅਮਰਿੰਦਰ ਦੀ ਜਿਹੜੀ ਲੜਾਈ ਚੱਲ ਰਹੀ ਹੈ, ਕੀ ਲੱਗਦਾ ਕਿ ਅਮਰਿੰਦਰ ਦੀ ਜਿਹੜੀ ਮੁੱਖ ਮੰਤਰੀ ਦੀ ਉਹਦੇ ਲਈ ਦਾਅਵੇਦਾਰੀ ਸੀ ਉਹ ਬਹੁਤ ਵੱਡੇ ਖਤਰੇ 'ਚ ਪੈ ਜਾਏਗੀ? ਉਸ ਵੇਲੇ ਟੋੜਾ ਸਾਹਿਬ ਨੂੰ ਆਪਣੇ ਪੱਤਰਕਾਰਾਂ ਨੇ ਸਵਾਲ ਪੁੱਛਿਆ ਵੀ ਤੁਸੀਂ ਬਣਿਆ ਤਾਂ ਤੁਹਾਡਾ ਕੁਝ ਹੈ ਨਹੀਂ। ਉਹ ਕਹਿੰਦੇ ਵੀ ਜਿਹੜੇ ਜਹਾਜ਼ਾਂ ਤੇ ਚੜੇ ਫਿਰਦੇ ਸੀ ਉਹ ਤਾਂ ਥੱਲੇ ਲਾ ਲਏ ਨਾ। ਅੱਜ ਦੀ ਸਥਿਤੀ ਦੇ ਵਿੱਚ ਕੈਪਟਨ ਸਾਹਿਬ ਪੈਰ ਪੈਰ ਦੇ ਉੱਤੇ ਆਪਣੇ ਬਿਆਨ ਬਦਲਦੇ ਆ। ਪਹਿਲਾਂ ਤਾਂ ਉਹ ਇਹ ਕਹਿੰਦੇ ਆ ਕਿ ਨਵਜੋਤ ਸਿੱਧੂ ਦੇ ਦਰਵਾਜ਼ੇ ਮੇਰੇ ਲਈ ਬੰਦ ਨੇ, ਕੀ ਹੁਣ ਉਹ ਹਾਈ ਕਮਾਂਡ ਤੋਂ ਵੀ ਉੱਪਰ ਹੋ ਗਏ ਨੇ? ਨਜ਼ਰੀਆ ਦੀ ਡਿਬੇਟ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ, ਸਵਾਗਤ ਹੈ। ਅੱਜ ਆਪਾਂ 2 ਵੱਡੇ ਮੁੱਦਿਆਂ ਨੂੰ ਡਿਬੇਟ ਦਾ ਹਿੱਸਾ ਬਣਾ ਰਹੇ ਹਾਂ। ਪਹਿਲਾ ਵੱਡਾ ਮੁੱਦਾ ਹੈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਅੰਦਰ ਮਚਿਆ ਘਮਸਾਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਦੇ ਹਮਾਇਤੀ ਮੰਤਰੀ ਨਵਜੋਤ ਸਿੱਧੂ ਨੂੰ ਭਜਾਉਣ ਲੱਗੇ ਹੋਏ ਆ। ਮੈਂ ਦਰਸ਼ਕਾਂ ਦੇ ਧਿਆਨ 'ਚ ਲਿਆਉਣਾ ਚਾਹੁੰਦਾ ਕਿ ਆਖਰੀ ਖਬਰਾਂ ਆਉਣ ਤੱਕ ਕ੍ਰਿਕਟਰ ਤੋਂ ਰਾਜਨੀਤੀ ਚਾਹੇ ਨਵਜੋਤ ਸਿੱਧੂ ਦੀ ਅਜੇ ਤੱਕ ਵਿਕਟ ਨਹੀਂ ਡਿੱਗੀ। ਇਹ ਵੱਖਰੀ ਗੱਲ ਹੈ ਕਿ ਨਵਜੋਤ ਸਿੱਧੂ ਨੇ ਜਿਸ ਤਰੀਕੇ ਨਾਲ ਬੇਅਦਬੀ ਦੇ ਮੁੱਦੇ ਨੂੰ ਲਿਆ, ਘੱਟੋ ਘੱਟ ਮੁੱਖ ਮੰਤਰੀ ਕੈਪਟਨ ਅਮਰਿੰਦਰ ਕਟਹਿਰੇ 'ਚ ਖੜੇ ਨਜ਼ਰ ਆ ਰਹੇ ਹੈ। ਦੂਜਾ ਵੱਡਾ ਮੁੱਦਾ ਜਿਸ ਨੇ ਸਾਰੀ ਦੁਨੀਆ ਨੂੰ ਲਪੇਟ 'ਚ ਲਿਆ ਹੋਇਆ ਹੈ, ਹਿੰਦੁਸਤਾਨ ਹਾਈ ਹੈ, ਪੰਜਾਬ ਵੀ ਵੱਡੀ ਮਾਰ ਹੇਠ ਹੈ, ਕੋਰੋਨਾ ਦੀ ਮਹਾਮਾਰੀ। ਪਰ ਇਸ ਦੇ ਚੱਲਦਿਆਂ ਕਿਸ ਤਰ੍ਹਾਂ ਕੁਝ ਲੋਕਾਂ ਨੇ ਮਾਨਵਤਾ ਨੂੰ ਕੀਤਾ ਸ਼ਰਮਸਾਰ। ਭ੍ਰਿਸ਼ਟਾਚਾਰ ਤੇ ਲੁੱਟ ਦਾ ਬੋਲਬਾਲਾ। ਜਦੋਂ ਪ੍ਰਧਾਨ ਮੰਤਰੀ ਕੇਅਰ ਫੰਡ 'ਚੋਂ ਆਏ ਵੈਂਟੀਲੇਟਰ, ਉਹਨਾਂ 'ਚੋਂ ਵੱਡੀ ਗਿਣਤੀ 'ਚ ਵੈਂਟੀਲੇਟਰ ਜਿਹੜੇ ਨੁਕਸਦਾਰ ਸਾਬਤ ਹੋਣ, ਹੋਰ ਸਾਜੋ ਸਮਾਨ 'ਚ ਲੁੱਟ, ਇਹਨਾਂ ਸਾਰੇ ਮੁੱਦਿਆਂ ਤੇ ਮੇਰੇ ਨਾਲ ਪੈਨਲ ਸਾਡੇ ਮੀਡੀਆ ਦੇ ਕਦਾਵਰ ਜਰਨਲਿਸਟ, ਮੀਡੀਆ ਇਹਨਾਂ ਮੁੱਦਿਆਂ ਤੇ ਕਿਵੇਂ ਸੋਚਦਾ ਹੈ, ਆਪਾਂ ਲਵਾਂਗੇ ਸਵਾਲ। ਹਰਕਮਲਜੀਤ ਸਿੰਘ ਜੀ, ਇਸ ਪ੍ਰੋਫੈਸਰ ਜਸਪਾਲ ਢਿੱਲੋਂ, ਤਿੰਨੇ ਸੀਨੀਅਰ ਜਰਨਲਿਸਟਾਂ ਨੂੰ ਪੈਨਲ ਤੇ ਆਉਣ ਲਈ ਜੀ ਆਖਦਾ, ਵੈਲਕਮ ਕਰਦਾ। ਸਾਡੇ ਨਾਲ ਬਠਿੰਡਾ ਦੇ ਖਿੱਤੇ ਤੋਂ ਚੌਥੇ ਜਰਨਲਿਸਟ ਪੱਤਰਕਾਰ ਨਰਪਿੰਦਰ ਧਾਲੀਵਾਲ, ਉਹ ਕੋਰੋਨਾ ਮਹਾਮਾਰੀ ਦੇ ਮੁੱਦੇ ਤੇ ਸਾਡੇ ਨਾਲ ਜੁੜਨਗੇ। ਸਾਰੇ ਮਹਿਮਾਨਾਂ ਨੂੰ, ਸੀਨੀਅਰ ਜਰਨਲਿਸਟਾਂ ਨੂੰ ਇੱਕ ਵਾਰ ਮੁੜ ਕੇ ਜੀ ਆਇਆਂ। ਹਰਕਮਲ ਜੀ, ਪਹਿਲਾ ਸਵਾਲ ਮੈਂ ਤੁਹਾਡੇ ਤੋਂ ਲੈਣ ਲੱਗਿਆ। ਜਿੱਦਾਂ ਮੈਂ ਕਿਹਾ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ ਨੂੰ ਲੈ ਕੇ ਕਾਂਗਰਸ ਦੇ ਅੰਦਰ ਜਿਹੜਾ ਘਮਸਾਨ ਤਾਂ ਮਚਿਆ ਹੀ ਹੈ,
ਪਰ ਮੁੱਖ ਮੰਤਰੀ ਦੇ ਜਿਹੜੇ ਹਮਾਇਤੀ ਮੰਤਰੀ ਹੈ ਉਹ ਨਵਜੋਤ ਸਿੱਧੂ ਨੂੰ ਭਜਾਉਣ ਦੇ ਵਿੱਚ ਲੱਗੇ ਹੋਏ ਹੈ। ਜਿਹੜੀਆਂ ਮੌਜੂਦਾ ਪ੍ਰਸਥਿਤੀਆਂ ਬਣੀਆਂ ਹੋਈਆਂ, ਨਵਜੋਤ ਸਿੱਧੂ ਦਾ ਤਾਂ ਪਤਾ ਨਹੀਂ ਕੀ ਬਣੇਗਾ, ਪਰ ਘੱਟੋ ਘੱਟ ਇੰਜ ਲੱਗ ਰਿਹਾ ਹੈ ਕਿ ਕੈਪਟਨ ਅਮਰਿੰਦਰ ਨੂੰ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਉਹਨਾਂ ਦੀ ਲੀਡਰਸ਼ਿਪ ਤੇ ਬਹੁਤ ਵੱਡਾ ਸਵਾਲੀਆ ਨਿਸ਼ਾਨ ਇਸ ਵੇਲੇ ਲੱਗਦਾ ਨਜ਼ਰ ਆ ਰਿਹਾ ਹੈ। ਹਰਕਮਲ ਜੀ, ਕਿਵੇਂ ਦੇਖਦੇ ਹੋ ਪੰਜਾਬ ਦੇ ਸਭ ਤੋਂ ਵੱਡੇ ਤੇ ਅਹਿਮ ਮੁੱਦੇ ਨੂੰ ਜਿਹੜਾ ਕਿ ਸਿੱਧੇ ਤੌਰ ਤੇ ਹਾਕਮ ਧਿਰ ਦੇ ਨਾਲ ਜੁੜਿਆ ਹੋਇਆ ਹੈ? ਜਗਤਾਰ ਜੀ, ਤੁਹਾਡੀ ਗੱਲ ਬਿਲਕੁਲ ਠੀਕ ਹੈਗੀ ਏ ਕਿ ਮੇਰੇ ਖਿਆਲ ਵਿੱਚ ਕੈਪਟਨ ਅਮਰਿੰਦਰ ਸਿੰਘ ਜਿਨ੍ਹਾਂ ਨੇ 4 ਸਾਲ ਦਾ ਆਪਣਾ ਕਾਰਜਕਾਲ ਬੜੇ ਆਰਾਮ ਦੇ ਨਾਲ ਪੂਰਾ ਕੀਤਾ ਹੈ ਔਰ ਬਹੁਤ ਮੌਜ ਮੇਲੇ ਦੇ ਨਾਲ ਪੂਰਾ ਕੀਤਾ ਹੈ, ਐਸ਼ੋ ਆਰਾਮ ਨਾਲ ਪੂਰਾ ਕੀਤਾ ਹੈ, ਉਹਨਾਂ ਨੂੰ ਹੁਣ ਪਹਿਲੀ ਵਾਰੀ ਇਹ ਨਜ਼ਰ ਆ ਰਿਹਾ ਹੈ ਕਿ ਉਹ ਮੁਸ਼ਕਲਾਂ 'ਚ ਘਿਰ ਗਏ ਨੇ ਔਰ ਉਹਨਾਂ ਨੂੰ ਲੋਕਾਂ ਦੇ ਸਾਹਮਣੇ ਜਵਾਬਦੇਹ ਬਣਨਾ ਪਏਗਾ, ਪਾਰਟੀ ਦੇ ਸਾਹਮਣੇ ਜਵਾਬਦੇਹ ਬਣਨਾ ਪਏਗਾ। ਕਾਰਨ ਕਿ ਜੋ ਉਹ ਵਾਅਦੇ ਕਰਕੇ ਆਏ ਸੀ, ਚਾਹੇ ਉਹ ਗੁਟਕਾ ਸਾਹਿਬ ਦੀਆਂ ਸਹੁੰਆਂ ਚੁੱਕੀਆਂ ਸੀ ਜਾਂ ਦੂਜੇ ਵਾਅਦੇ ਸੀ, ਉਹ ਵਾਅਦੇ ਮੈਨੂੰ ਲੱਗਦਾ ਕਿ ਉਹਨਾਂ ਨੇ ਪਿਛਲੇ 4 ਸਾਲ ਯਾਦ ਨਹੀਂ ਰੱਖੇ ਔਰ ਜੋ ਦੂਜੀਆਂ ਸਾਂਝਾਂ ਹੈਗੀਆਂ ਸੀ ਉਹਨਾਂ ਦੀਆਂ ਸਿਆਸੀ ਸਾਂਝਾਂ, ਉਹਨਾਂ ਦਾ ਖਿਆਲ ਉਹਨਾਂ ਨੇ ਸ਼ਾਇਦ ਬਹੁਤ ਜ਼ਿਆਦਾ ਰੱਖਿਆ, ਉਹਨਾਂ ਨੂੰ ਧਿਆਨ 'ਚ ਰੱਖ ਕੇ ਜ਼ਿਆਦਾ ਫੈਸਲੇ ਲਏ ਨੇ। ਉਹਦਾ ਨਤੀਜਾ ਹੈ ਕਿ ਅੱਜ ਉਹਨਾਂ ਦੀ ਪਾਰਟੀ ਜਿਹੜੀ ਹੈ, ਆਪਣੀ ਜਿਹੜੀ ਕਾਂਗਰਸ ਪਾਰਟੀ ਹੈ, ਆਪਣੇ ਵਿਧਾਨਕਾਰ, ਆਪਣੇ ਮੰਤਰੀ, ਉਹ ਬਹੁਤੇ ਉਹਨਾਂ ਤੋਂ ਇਸ ਗੱਲ ਤੋਂ ਔਖੇ ਨੇ ਕਿ ਉਹਨਾਂ ਦੀ ਕਾਰਗੁਜ਼ਾਰੀ ਕਰਕੇ ਉਹਨਾਂ ਸਾਰੇ ਐਮਐਲਏਆਂ ਲਈ ਆਪਣੀਆਂ ਸੀਟਾਂ ਜਿੱਤਣੀਆਂ ਮੁਸ਼ਕਲ ਹੋਣਗੀਆਂ, ਹਲਕਿਆਂ 'ਚ ਜਾ ਕੇ ਕੰਮ ਕਰਨਾ ਮੁਸ਼ਕਲ ਹੋਏਗਾ, ਪਿੰਡਾਂ 'ਚ ਵੜਨਾ ਮੁਸ਼ਕਲ ਹੋ ਸਕਦਾ ਉਹਨਾਂ ਲਈ ਇੱਕ ਬੜੀ ਵੱਡੀ ਉਹਨਾਂ ਨੂੰ ਸਮੱਸਿਆ ਨਜ਼ਰ ਆ ਰਹੀ ਹੈ। ਲੇਕਿਨ ਤਮਾਸ਼ੇ ਵਾਲੀ ਗੱਲ ਇਹ ਹੈਗੀ ਹੈ ਕਿ ਜਿਨ੍ਹਾਂ ਨੂੰ ਅਸੀਂ ਕਹਿ ਰਹੇ ਹਾਂ ਕਿ ਕੈਪਟਨ ਅਮਰਿੰਦਰ ਸਿੰਘ ਦੇ ਸਮਰਥਕ, ਮੈਨੂੰ ਪਤਾ ਕੱਲ ਕੁਝ 1-2-4 ਬੰਦਿਆਂ ਨੇ ਜਿਨ੍ਹਾਂ ਨੇ ਬਿਆਨ ਦਿੱਤੇ ਉਹਦੇ ਹੱਕ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ, ਰਾਤੀ ਉਹਨਾਂ ਚੋਂ ਕੁਝ ਇੱਕ ਜਿਹੜੇ ਸਾਡੇ ਵਿਧਾਨਕਾਰ ਨੇ ਸੁਖਪਾਲ ਸਿੰਘ ਭੁੱਲਰ, ਉਹਨਾਂ ਦੇ ਘਰ ਖਾਣੇ ਤੇ ਵੀ ਇਕੱਠੇ ਸੀ, ਉੱਥੇ ਉਹ ਸਾਰੇ ਕਹਿ ਰਹੇ ਸੀ ਕਿ ਜੀ ਕੈਪਟਨ ਅਮਰਿੰਦਰ ਸਿੰਘ ਨੇ ਸਾਡਾ ਬੇੜਾ ਗਰਕ ਕਰਤਾ। ਹਾਲਾਂਕਿ ਜਿਹਨੇ ਉਹਨਾਂ ਦੇ ਨਾਂ ਤੇ ਇੱਕ ਬਿਆਨ ਜਾਰੀ ਹੋਇਆ ਸੀ, ਉਹਨਾਂ ਚੋਂ 1-2 ਬੰਦਿਆਂ ਦੇ ਨਾਂ ਤੇ ਕੈਪਟਨ ਅਮਰਿੰਦਰ ਸਿੰਘ ਦੇ PR ਟੀਮ ਵੱਲੋਂ, ਔਰ ਉੱਥੇ ਬੈਠ ਕੇ ਉਹ ਨੁਕਤਾਚੀਨੀ ਕਰ ਰਹੇ ਸੀ। ਪਰ ਮਸਲਾ ਮੈਨੂੰ ਲੱਗਦਾ, ਮੈਂ ਕਿਸੇ ਨੂੰ ਪੁੱਛਿਆ ਵੀ ਇਹਦਾ ਕਾਰਨ ਕੀ ਹੈਗਾ, ਕੀ ਕਾਰਨ ਹੈ ਕਿ ਤੁਸੀਂ ਕਹਿੰਦੇ ਹੋ ਸਾਰੇ ਲੋਕ ਇਸ ਇਸ਼ੂ ਤੇ ਕੈਪਟਨ ਅਮਰਿੰਦਰ ਤੋਂ ਨਾ ਖੁਸ਼ ਨੇ, ਨਾਰਾਜ਼ ਨੇ, ਉਹ ਸਮਝਦੇ ਨੇ ਕਿ ਕੈਪਟਨ ਅਮਰਿੰਦਰ ਸਿੰਘ ਨੈਕਸਟ ਇਲੈਕਸ਼ਨ 'ਚ ਸਾਨੂੰ ਅਗਵਾਈ ਨਹੀਂ ਦੇ ਸਕਦੇ, ਉਹ ਸਾਨੂੰ ਸੀਟਾਂ ਨਹੀਂ ਜਿਤਾ ਸਕਦੇ, ਉਹ ਵੋਟ ਕੈਚਰ ਨਹੀਂ ਹੈਗੇ, ਉਹ ਹੁਣ ਕ੍ਰਿਸਮੈਟਿਕ ਲੀਡਰ ਨਹੀਂ ਰਹੇ ਹੈਗੇ। ਉਹ ਕਹਿੰਦੇ ਜੀ ਇਹ ਸਾਰੀਆਂ ਗੱਲਾਂ ਠੀਕ ਨੇ, ਲੇਕਿਨ ਮਸਲਾ ਇਹ ਹੈਗਾ ਹੈ ਕਿ ਬਹੁਤ ਸਾਰੇ ਲੋਕ MLA ਮੰਤਰੀ ਇਹ ਵੀ ਸੋਚਦੇ ਨੇ ਕਿ ਸਾਡੀ ਦਿਹਾੜੀ ਟੁੱਟਦੀ ਹੈ ਜੇ ਅਸੀਂ ਅੱਜ ਹੀ ਉਹਨਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਈਏ। ਉਹ ਇਸ ਟਾਈਮ ਦੀ ਵੇਟ ਕਰ ਰਹੇ ਨੇ ਕਿ ਪਾਰਟੀ ਹਾਈ ਕਮਾਂਡ ਦਖਲ ਕਿੱਦਣ ਦੇਵੇਗੀ, ਉਹ ਕਿੱਦਣ ਉਹਨਾਂ ਤੋਂ ਸੱਦ ਪੁੱਛ ਕਰੇਗੀ, ਉਦੋਂ ਉਹ ਕਹਿੰਦੇ ਜੀ ਠੀਕ ਹੈ ਸਪਸ਼ਟ ਹੋ ਰਾਂਗੇ, ਅਸੀਂ ਅੱਜ ਹੀ ਕਿਉਂ ਖੁੱਲ ਕੇ ਸਾਹਮਣੇ ਆਈਏ। ਔਰ ਜੋ ਕਮਲ ਜੀ ਜਿਹੜਾ ਸਵਾਲ ਤੁਹਾਡੇ ਜਵਾਬ ਚੋਂ ਨਿਕਲ ਰਿਹਾ, ਕੀ ਲੱਗਦਾ ਜਦੋਂ ਚੋਣਾਂ ਨਜ਼ਦੀਕ ਆਣਗੀਆਂ ਜਾਂ ਜਿਹਨੂੰ ਆਪਾਂ ਕਹਿੰਦੇ ਆ ਟੈਕਨੀਕਲ ਤੌਰ ਤੇ ਕਾਨੂੰਨੀ ਨਜ਼ਰੀਏ ਤੋਂ ਚੋਣ ਜ਼ਾਬਤਾ ਲਾਗੂ ਹੋ ਜਾਏਗਾ, ਚੋਣ ਜ਼ਾਬਤਾ ਲਾਗੂ ਹੋਣ ਦੇ ਮੌਕੇ ਤੇ ਕਾਂਗਰਸ ਦੇ ਅੰਦਰ ਬਹੁਤ ਵੱਡੀ ਫੇਰ ਬਦਲ ਜਾਂ ਬਹੁਤ ਰੱਦੋ ਬਦਲ ਜਾਂ ਇਸ ਤਰ੍ਹਾਂ ਦਾ ਸੁਰਾਂ ਉੱਠ ਸਕਦੀਆਂ ਹੋਰ ਵੀ ਵੱਡੀ ਪੱਧਰ ਤੇ? ਨਹੀਂ, ਜੋ ਹੁਣ ਇਸੇ ਮਹੀਨੇ 'ਚ ਹੀ ਹੋ ਜਾਏਗਾ ਜੋ ਮੈਨੂੰ ਲੱਗਦਾ। ਦੇਖੋ ਕੈਪਟਨ ਅਮਰਿੰਦਰ ਸਿੰਘ ਨੇ ਇਹੋ ਜਿਹੇ ਹਾਲਾਤ ਪੈਦਾ ਕਰ ਲਏ ਨੇ ਕਿ ਜਿਹਦੇ ਨਾਲ ਉਹ ਕਹਿੰਦੇ ਪੰਜਾਬੀ ਦੀ ਕਹਾਵਤ ਹੈ ਜਾਂ ਟਾਂਡੇ ਵਾਲੀ ਹੈ ਨਹੀਂ ਜਾਂ ਭਾਂਡੇ ਵਾਲੀ ਹੈ ਨਹੀਂ। ਕੈਪਟਨ ਅਮਰਿੰਦਰ ਸਿੰਘ ਨੇ ਜਿਸ ਹੱਦ ਤੱਕ ਨਵਜੋਤ ਸਿੰਘ ਸਿੱਧੂ ਦਾ ਵਿਰੋਧ ਕਰ ਦਿੱਤਾ ਹੈ ਕਿ ਜੀ ਉਹ ਪਾਰਟੀ ਦੇ ਖਿਲਾਫ ਹੈ, ਉਹ ਆਪ ਨਾਲ ਰਲਿਆ ਹੋਇਆ ਹੈ, ਉਹ BJP ਨਾਲ ਰਲਿਆ ਹੋਇਆ ਹੈ, ਸਾਡੇ ਦਰਵਾਜ਼ੇ ਬੰਦ ਨੇ, ਕਿਸੇ ਕੀਮਤ ਤੇ ਅਸੀਂ ਉਹਨੂੰ ਪ੍ਰਧਾਨ ਨਹੀਂ ਐਕਸੈਪਟ ਕਰ ਸਕਦੇ, ਕਿਸੇ ਕੀਮਤ ਤੇ ਮੈਂ ਉਹਨਾਂ ਨੂੰ ਡਿਪਟੀ CM ਨਹੀਂ ਲਾ ਸਕਦਾ, ਜਿਨ੍ਹਾਂ ਕੋ ਖਿਲਾਫ ਬੋਲਣਾ ਸੀ ਬੋਲ ਲਿਆ। ਹੁਣ ਇਸ ਤੋਂ ਬਾਅਦ ਪਾਰਟੀ ਹਾਈ ਕਮਾਂਡ, ਔਰ ਉਹਨਾਂ ਨੇ ਸਭ ਕੁਝ ਤਾਂ ਕੀਤਾ ਜੋ ਕਿ ਪਾਰਟੀ ਹਾਈ ਕਮਾਂਡ ਉਹਨਾਂ ਨੂੰ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਾਉਣ ਜਾ ਰਹੀ ਸੀ। ਮੈਨੂੰ ਲੱਗਦਾ ਕਿ ਪਾਰਟੀ ਹਾਈ ਕਮਾਂਡ ਜੇ ਆਪਣਾ ਫੈਸਲਾ ਕਾਇਮ ਰੱਖਦੀ ਹੈ ਔਰ ਉਹਨਾਂ ਨੂੰ ਪ੍ਰਦੇਸ਼ ਕਾਂਗਰਸ ਪ੍ਰਧਾਨ ਬਣਾਉਣ ਦਾ ਫੈਸਲਾ ਲੈਂਦੇ ਨੇ, ਤੇ ਮੈਨੂੰ ਲੱਗਦਾ ਕਿ ਕੈਪਟਨ ਅਮਰਿੰਦਰ ਸਿੰਘ ਲਈ ਫਿਰ ਕੋਈ ਹੋਰ ਰਸਤਾ ਨਹੀਂ ਹੋਏਗਾ ਔਰ ਉਹਨਾਂ ਲਈ ਇਸ ਤੋਂ ਵੱਡੀ ਡਿਫੀਟ ਨਹੀਂ ਹੋਏਗੀ ਕਿ ਪਾਰਟੀ ਹਾਈ ਕਮਾਂਡ ਨੇ ਉਹਨਾਂ ਦੀ ਬਿਲਕੁਲ ਪਰਵਾਹ ਨਹੀਂ ਕੀਤੀ, ਬਿਲਕੁਲ ਨਹੀਂ ਸੁਣੀ, ਔਰ ਉਹਨਾਂ ਨੂੰ ਕੋਈ ਮੋਰਲ ਰਾਈਟ ਨਹੀਂ ਰਹਿ ਜਾਏਗਾ ਕਿ ਉਹ ਆਪਣੇ ਅਹੁਦੇ ਤੇ ਬਣੇ ਰਹਿਣ। ਪਰ ਜੋ ਮੈਨੂੰ ਨਜ਼ਰ ਆ ਰਿਹਾ ਹੈ ਕਿ ਪਾਰਟੀ ਹਾਈ ਕਮਾਂਡ ਵੀ ਇਹ ਮਹਿਸੂਸ ਕਰ ਰਹੀ ਹੈ ਕਿ ਜੇ ਇੱਕ ਚੀਫ ਮਿਨਿਸਟਰ ਉਹਨਾਂ ਦਾ ਸੂਬੇ ਦਾ ਉਹਨਾਂ ਨੂੰ ਇਸ ਹੱਦ ਤੱਕ ਜਾ ਕੇ ਚੁਣੌਤੀ ਦੇ ਰਿਹਾ ਹੈ, ਤੇ ਉਹ ਵੀ
ਇਹੋ ਜਿਹੇ ਮੁੱਖ ਮੰਤਰੀ ਨਾਲ ਕੀ ਰਵੱਈਆ ਅਪਣਾਉਣ ਜਾਂ ਕੀ ਰੱਖਣ। ਮੇਰੇ ਖਿਆਲ ਉਹ ਵੀ ਇਸ ਬਾਰੇ ਫੈਸਲਾ ਲੈਣਗੇ। ਜੋ ਦੱਸਿਆ ਜਾ ਰਿਹਾ ਕਿ ਰਾਹੁਲ ਗਾਂਧੀ ਜਿਹੜੇ ਕਰੋਨਾ ਪੀੜਤ ਸਨ ਉਹ ਨੈਗੇਟਿਵ ਤੇ ਸ਼ਾਇਦ ਆ ਗਏ ਨੇ, ਪਰ ਡਾਕਟਰਸ ਨੇ ਜੇ ਉਹਨਾਂ ਨੂੰ ਐਡਵਾਈਸ ਕੀਤਾ ਕਿ ਤੁਸੀਂ ਇੱਕ ਅੱਧ ਹਫ਼ਤਾ ਆਰਾਮ ਕਰੋ, ਚੁੱਕੇ ਜੇ ਪੂਰੀ ਤਰ੍ਹਾਂ ਠੀਕ ਨਹੀਂ ਹੈਗੇ। ਔਰ ਦੱਸਿਆ ਜਾ ਰਿਹਾ ਹੈ ਕਿ ਜਿੱਦਣ ਉਹ ਠੀਕ ਹੋ ਜਾਣਗੇ ਪੰਜਾਬ ਤੋਂ MLAs ਔਰ ਲੀਡਰਾਂ ਨੂੰ ਬੁਲਾਇਆ ਜਾਏਗਾ, ਉਹਨਾਂ ਦਾ ਵਿਊ ਲਿਆ ਜਾਏਗਾ। ਔਰ ਰਾਹੁਲ ਗਾਂਧੀ ਕਹਿੰਦੇ ਨੇ ਕਿ ਮੈਂ ਆਪਣੇ ਲੈਵਲ ਤੇ ਇਹ ਪੰਜਾਬ ਦਾ ਫੈਸਲਾ ਕਰਾਂਗਾ, ਕਿਉਂਕਿ ਸਾਡੇ ਲਈ ਇਹ ਸਟੇਟ ਬੜੀ ਅਹਿਮ ਔਰ ਇੰਪੋਰਟੈਂਟ ਹੈਗੀ ਹੈ। ਔਰ ਮੈਨੂੰ ਲੱਗਦਾ ਕਿ ਇਹ ਇਸ ਮਹੀਨੇ ਦੇ ਵਿੱਚ ਹੀ ਇਹ ਜੋ ਪੰਜਾਬ ਦਾ ਨਤਾਰਾ ਹੋਣਾ ਹੋ ਜਾਏਗਾ। ਨਵਜੋਤ ਸਿੱਧੂ ਦੀ ਬਹਾਲੀ ਹੋਣੀ ਹੈ ਕਿ ਨਹੀਂ ਹੋਣੀ, ਕੈਪਟਨ ਅਮਰਿੰਦਰ ਦਾ ਭਵਿੱਖ ਕੀ ਹੋਏਗਾ, ਸਾਰੀਆਂ ਗੱਲਾਂ ਦੇ ਉੱਤੇ ਬੜਾ ਸਪਸ਼ਟ ਇੱਕ ਸਾਨੂੰ ਇੱਕ ਡਿਸੀਜਨ ਮਿਲ ਜਾਏਗਾ, ਆਉਣ ਵਾਲੇ ਦਿਨਾਂ 'ਚ ਤੈਅ ਹੋਏਗਾ। ਜੀ ਪ੍ਰਾਸ਼ਾ ਜੀ, ਤੁਸੀਂ ਵੀ ਸੱਤਾ ਦੇ ਗਲਿਆਰਾਂ ਨਾਲ ਬੜੇ ਨਜ਼ਦੀਕ ਤੋਂ ਜੁੜੇ ਹੋਏ ਹੋ। ਹਰਕੰਵਲ ਜੀ ਨੇ ਜਿਸ ਮੁੱਦੇ ਤੇ ਚਰਚਾ ਕੀਤੀ ਹੈ, ਨਵਜੋਤ ਸਿੱਧੂ ਕੈਪਟਨ ਅਮਰਿੰਦਰ, ਸਵਾਲ ਕੋਈ ਦੋਹਾਂ ਦਾ ਵਿਅਕਤੀਗਤ ਨਹੀਂ, ਕਿਉਂਕਿ ਹਾਕਮ ਧਿਰ ਦੇ ਨਾਲ ਜੁੜੇ ਹੋਏ ਨੇਤਾ ਤੇ ਜਿੱਥੇ ਲਿਆ ਕੇ ਇਸ ਵੇਲੇ ਗੱਲ ਖੜੀ ਕਰ ਦਿੱਤੀ ਹੈ ਨਵਜੋਤ ਸਿੱਧੂ ਨੇ ਤੇ ਕੈਪਟਨ ਅਮਰਿੰਦਰ ਨੇ। ਇਹਨਾਂ ਪ੍ਰਸਥਿਤੀਆਂ 'ਚ ਕੀ ਲੱਗਦਾ ਕਿ ਕੀ ਹੋਣ ਜਾ ਰਿਹਾ? ਜਗਤਾਰ ਜੀ, ਮੈਂ ਸਮਝਦਾ ਹਾਂ ਕਿ ਪੰਜਾਬ ਦੀ ਕਾਂਗਰਸ ਦੇ ਵਿੱਚ ਜਿਹੜਾ ਮੌਜੂਦਾ ਘਟਨਾਕ੍ਰਮ ਹੈ, ਇਹਦੇ ਸਿੱਧੇ ਤਾਨੇ-ਬਾਨੇ ਜਿਹੜੇ ਹਨ ਉਹ ਕੇਂਦਰ ਦੇ ਕਾਂਗਰਸ ਹਾਈ ਕਮਾਂਡ ਦੇ ਨਾਲ ਜੁੜੇ ਹੋਏ ਆ। ਇਹ ਉਹਦੀ ਕਮਜ਼ੋਰੀ ਕਰਕੇ ਪੰਜਾਬ ਦੇ ਵਿੱਚ ਇਹ ਸਾਰਾ ਮੈਂ ਸਮਝਦਾ ਹਾਂ ਕਿ ਉਬਾਲ ਆਇਆ। ਔਰ ਇਸੇ ਚੀਜ਼ ਨੂੰ ਲੈ ਕੇ ਜਿਹੜੇ ਕੱਲ ਤੱਕ ਚੁੱਪ ਸੀ ਉਹ ਅੱਜ ਖੜੇ ਹੋ ਗਏ ਔਰ ਓਪਨਲੀ ਕਰਨ ਬੋਲ ਰਹੇ ਆ। ਪਿੱਛੇ ਜੇ ਯੂਨੀਅਨ ਟੈਰੀਟਰੀ ਬਾਅਦ ਉਹਦੇ ਨਾਲ ਕਾਂਗਰਸ ਹਾਈ ਕਮਾਂਡ ਹੋਰ ਕਮਜ਼ੋਰ ਹੋਇਆ। ਉਹ ਰੀਜਨਲ ਜਿਹੜੇ ਲੀਡਰ ਹੈ ਉਹ ਸਟਰੋਂਗ ਹੋਏ ਹੈ। ਆਪਾਂ ਸਾਰੇ ਸਮਝਦੇ ਹਾਂ ਕਿ ਕਾਂਗਰਸ ਹਾਈ ਕਮਾਂਡ ਦੀ ਤਾਂ ਇਸ ਇਸ਼ੂ ਦੇ ਉੱਤੇ ਇਹ ਜੋ ਰਿਜ਼ਲਟ ਆਏ ਹੈ ਤੇ ਬੋਲਤੀ ਬੰਦ ਹੈ ਔਰ ਕੋਈ ਇਹਦੇ ਵਿੱਚੋਂ ਕਰਨ ਦੀ ਸਿਚੁਏਸ਼ਨ 'ਚ ਹੈ ਨਹੀਂ ਇਸ ਵੇਲੇ। ਇਸੇ ਕਰਕੇ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ, ਰਾਜਸਥਾਨ ਦੇ ਵਿੱਚ ਗਹਿਲੋਟ, ਚੰਡੀਗੜ੍ਹ ਦੇ ਵਿੱਚ ਉਹਦੇ ਲੀਡਰ ਮੱਧ ਪ੍ਰਦੇਸ਼ ਤੋਂ ਗਵਾ ਬੈਠੇ ਹੈਗੇ ਆ। ਤਾਂ ਮੇਰਾ ਨਹੀਂ ਸਮਝਦਾ ਹੈ ਕਿ ਉਹ ਕੋਈ ਇਹੋ ਜਿਹਾ ਕਦਮ ਫਿਲਹਾਲ ਦੀ ਘੜੀ ਚੱਕਣਗੇ ਕਿ ਜਿਹਦੇ ਨਾਲ ਪੰਜਾਬ ਦੇ ਵਿੱਚ ਜਿੱਥੇ ਸਰਕਾਰ 4.5 ਸਾਲ ਦੀ ਚੱਲ ਰਹੀ ਹੈ ਉਹ ਇਹਦੇ ਉੱਤੇ ਸਵਾਲੀਆ ਨਿਸ਼ਾਨ ਲਾ ਦੇਣ। ਦੇਖੋ, ਆਪਾਂ ਧਿਆਨ ਨਾਲ ਅਗਰ ਦੇਖੀਏ, ਸਿਚੁਏਸ਼ਨ ਨੂੰ ਐਨਾਲਾਈਜ਼ ਕਰੀਏ ਤਾਂ ਕੈਪਟਨ ਅਮਰਿੰਦਰ ਦੇ ਖਿਲਾਫ ਇਹ ਜਿਹੜੇ ਡਿਸੀਡੈਂਟ ਜਿਹੜੇ ਕੱਲ ਤੱਕ ਦੇ ਮਿਨਿਸਟਰ ਸੀ ਉਹ ਅੱਜ ਡਿਸੀਡੈਂਟ ਬਣੇ ਹੋਏ ਆ। ਉਹ ਦੋ ਇਸ਼ੂ ਰੇਜ਼ ਕਰ ਰਹੇ ਆ। ਇੱਕ ਤਾਂ ਇਹ ਕਹਿ ਰਿਹਾ ਹੈ ਜੀ ਕੈਪਟਨ ਅਮਰਿੰਦਰ ਦੀ ਮਿਲਦੇ ਨਹੀਂ, ਔਰ ਦੂਜਾ ਇਹ ਕਹਿ ਰਹੇ ਹੈ ਜੀ ਕਿ ਇਹਨਾਂ ਨੇ ਜਿਹੜੇ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਹੋਏ। ਔਰ ਤੀਜੀ ਗੱਲ ਹੈ ਇਹਨਾਂ ਵਿੱਚ ਜਿਹੜੀ ਨਾਲ ਜੁੜੀ ਹੈ ਉਹ ਇਹ ਜਦ ਕਹਿ ਰਹੇ ਹੈ ਕਿ ਅੰਦਰ ਖਾਤੇ ਬਾਦਲ ਪਰਿਵਾਰ ਦੇ ਨਾਲ ਮਿਲੇ ਹੋਏ ਆ। ਤਾਂ ਇਹਦਾ ਜਵਾਬ ਦਿੱਤਾ ਜਾਏ। ਔਰ ਇਹ ਇਸ ਗੱਲ ਤੋਂ ਸਾਬਤ ਹੁੰਦਾ ਹੈ ਕਿ 4.5 ਸਾਲ ਇਨਕੁਆਇਰੀ ਤੋਂ ਬਾਅਦ ਜਿਹੜਾ ਸਿੱਟਾ ਨਿਕਲਿਆ ਕਿ ਪੰਜਾਬ 'ਚ ਤੰਥਾਂ ਦੀਆਂ ਜਿਹੜੀਆਂ ਬੇਅਦਬੀਆਂ ਹੋਈਆਂ ਉਹਦੇ ਲਈ ਕੌਣ ਜ਼ਿੰਮੇਦਾਰ ਰੱਖਦਾ ਕਿਸੇ ਨੂੰ ਕੋਈ ਨਹੀਂ ਪਤਾ। ਕੋਈ ਸਿੱਧੀ ਜਿਹੜੀ ਹੈ ਕਲੀਅਰ ਕੱਟ ਕੋਈ ਸਿਚੁਏਸ਼ਨ ਆਈ ਨਹੀਂ। ਇਸ ਕਰਕੇ ਇਸ ਤੋਂ ਸਾਬਤ ਹੁੰਦਾ ਹੈ ਕਿ ਉਹ ਬਾਦਲ ਪਰਿਵਾਰ ਵਿਚਾਰ ਰਹੇ ਔਰ ਉਹਨਾਂ ਨਾਲ ਅੰਦਰ ਖਾਤੇ ਮਿਲੇ ਹੋਏ। ਮੈਂ ਸਮਝਦਾ ਹਾਂ ਕਿ ਜਗਤਾਰ ਜੀ ਕਿ ਇਸ ਵੇਲੇ ਪੰਜਾਬ ਦੇ ਵਿੱਚ ਫਿਲਹਾਲ ਦੀ ਘੜੀ ਮੈਨੂੰ ਕੈਪਟਨ ਅਮਰਿੰਦਰ ਦਾ ਬਦਲ ਕਲੀਅਰ ਕੱਟ ਕੋਈ ਨਜ਼ਰ ਨਹੀਂ ਆ ਰਿਹਾ। ਸਭ ਤੋਂ ਵੱਡਾ ਕਦਕਾਠ ਉਹਨਾਂ ਦਾ। ਔਰ ਜਿੱਥੇ ਤੱਕ ਐਕਸੈਸਿਬਿਲਿਟੀ ਦਾ ਸਵਾਲ ਹੈ, ਤੁਸੀਂ ਇਹ ਦੇਖੋ ਕਿ ਕੈਪਟਨ ਅਮਰਿੰਦਰ ਦੀ ਪਹਿਲੀ ਸਰਕਾਰ 2002 ਤੋਂ ਲੈ ਕੇ 2007 ਵਿੱਚ ਸੀ। ਉਸ ਲਈ ਵੀ ਇਹੋ ਜਿਹੀ ਗੱਲ ਚੱਲੀ ਸੀ ਜੋ ਮਿਲਦੇ ਨਹੀਂ ਜੀ। ਔਰ ਇਸ ਲਈ ਇਹ ਤਾਂ ਉਹਨਾਂ ਦਾ ਪੁਰਾਣਾ ਸ਼ਾਹੀ ਸਟਾਈਲ ਹੈ। ਉਹ ਹਾਲਾਂਕਿ ਜਿਹੜੇ ਲੋਕਾਂ ਨੇ ਉਹਨੂੰ ਕਿਹਾ ਵੀ ਤੁਸੀਂ ਲੋਕਾਂ ਨੂੰ ਮਿਲਿਆ ਵੀ ਕਰੋ, ਤਾਂ ਉਹਨਾਂ ਦਾ ਕਹਿਣਾ ਸੀ ਵੀ ਇਹ ਮੇਰੀ ਤਾਂ ਇੱਦਾਂ ਦੀ ਆਦਤ ਹੈਗੀ ਹੈ, ਚੰਗੀ ਹੈ ਮੰਦੀ ਹੈ, ਮੈਂ ਇਸ ਉਮਰੇ ਆ ਕੇ ਆਪਣੀ ਆਦਤਾਂ ਨਹੀਂ ਬਦਲ ਸਕਦਾ। ਦੂਜੀ ਗੱਲ ਇਹ ਹੈ ਕਿ ਇੱਕ ਹੋਰ ਜਿਹੜੇ ਉਹਨਾਂ ਦੇ ਸਾਥੀ ਹੁਣ ਇਹ ਕਹਿ ਰਹੇ ਹੈ ਕਿ ਪਿਛਲੇ ਸਾਲ 1.5 ਸਾਲ ਤੋਂ ਹਿੰਦੁਸਤਾਨ ਦੇ ਵਿੱਚ ਕਰੋਨਾ ਚੱਲ ਰਿਹਾ ਹੈ। ਸਰਕਾਰ ਤਾਂ ਕਹਿ ਰਹੀ ਹੈ, ਕੈਪਟਨ ਅਮਰਿੰਦਰ ਖੁਦ ਕਹਿ ਰਿਹਾ ਲੋਕਾਂ ਨੂੰ ਕਿ ਮੈਂ ਕਰਫਿਊ ਲਗਾ ਰਿਹਾ, ਘਰੋਂ ਘਰ ਹੀ ਬੈਠੋ, ਬਾਹਰ ਨਾ ਨਿਕਲੋ, ਕਿਸੇ ਮਿਲਣਾ ਨਹੀਂ। ਤੇ ਮੈਨੂੰ ਅਗਰ ਇਹ ਕਹਿੰਦੇ ਕਿ ਬਾਹਰ ਨਿਕਲ ਕੇ ਲੋਕਾਂ ਨਾਲ ਮਿਲੇ ਜਾਂ ਮੈਨੂੰ ਗੱਲਬਾਤ ਕਰੇ, ਉਹ ਗੱਲ ਤੋਂ ਢੁਕਦੀ ਨਹੀਂ ਹੈ। ਉਹਨਾਂ ਕੋਲ ਬੜਾ ਅੱਛਾ ਇੱਕ ਪ੍ਰਾਸ਼ਾ ਜੀ ਮੈਂ ਤੁਹਾਨੂੰ ਸਰ ਪ੍ਰਾਸ਼ਾ ਜੀ ਮੈਂ ਵਿੱਚੋਂ ਟੋਕ ਰਿਹਾ ਤੁਹਾਨੂੰ ਬਿਲਕੁਲ ਸਹੀ ਫਰਮਾ ਰਿਹਾ ਹਾਂ। ਜੇ ਕੈਪਟਨ ਅਮਰਿੰਦਰ ਦੀ ਗੱਲ ਮੰਨੀ ਜਾਂਦੀ, ਜਿਹੜੀ ਤੁਸੀਂ ਕਰੋਨਾ ਦੀ ਗੱਲ ਕਰਦੇ ਹੋ ਕਿ ਅਮਰਿੰਦਰ ਤਾਂ ਪਿਛਲੇ 4 ਸਾਲ ਤੋਂ ਬਾਹਰ ਨਹੀਂ ਨਿਕਲ ਰਿਹਾ, ਜੇ ਬਾਕੀ ਲੋਕ ਵੀ ਏਦਾਂ 4 ਸਾਲ ਦੇ ਘਰਾਂ 'ਚ ਬੈਠੇ ਰਹਿੰਦੇ ਤਾਂ ਸ਼ਾਇਦ ਹਿੰਦੁਸਤਾਨ 'ਚ ਕਰੋਨਾ ਦੀ ਵੇਵ ਹੀ ਨਹੀਂ ਸੀ ਆਉਣੀ। ਬਹੁਤ ਢੁਕਵੀਂ ਗੱਲ ਕਰ ਰਹੇ ਹੋ। ਸਾਥੀਆਂ ਵੱਲੋਂ ਜਿਹੜਾ ਡਿਫੈਂਸ ਦਿੱਤਾ ਜਾ ਰਿਹਾ ਉਹਦਾ ਜ਼ਿਕਰ ਕਰ ਰਹੇ ਹਾਂ।
ਅੱਛਾ, ਤੀਜੀ ਜੀ ਗੱਲ ਜੀ ਇਹ ਹੈ ਕਿ ਇਹ ਹੁਣ ਪਾਰਟੀ ਦਾ ਜੋ ਘਟਨਾਕ੍ਰਮ ਉਥਲ ਪੁਥਲ ਹੋ ਰਹੀ ਹੈ, ਕਦੀ ਉਧਰ ਮੀਟਿੰਗਾਂ ਹੋ ਰਹੀਆਂ, ਕਦੀ ਨਵਜੋਤ ਸਿੱਧੂ ਕਰ ਰਿਹਾ ਹੈ, ਕਦੀ ਕੋਈ ਕਰ ਰਿਹਾ ਹੈ। ਤੁਸੀਂ ਇਹ ਦੇਖੋ ਕਿ ਇਹਦਾ ਪੰਜਾਬ ਦੇ ਵਿੱਚ ਕਿਹਨੂੰ ਨੁਕਸਾਨ ਹੋ ਰਿਹਾ ਹੈ ਔਰ ਕਿਸ ਪਾਰਟੀ ਨੂੰ ਫਾਇਦਾ ਹੋ ਰਿਹਾ ਹੈ। ਇਹਦੇ ਨਾਲ ਯੈਸ ਮੈਂ ਸਮਝਦਾ ਹਾਂ ਕਿ ਸਿਰਫ ਕਾਂਗਰਸ ਪਾਰਟੀ ਦੀ ਇਮੇਜ ਹੀ ਖਰਾਬ ਹੋ ਰਹੀ ਹੈ। ਦੂਜੇ ਪਾਸੇ ਨਾ ਇਹਦਾ ਭਾਜਪਾ ਨੂੰ ਫਾਇਦਾ ਹੋ ਰਿਹਾ, ਨਾ ਇਹਦਾ ਆਮ ਆਦਮੀ ਪਾਰਟੀ ਨੂੰ ਫਾਇਦਾ ਹੋ ਰਿਹਾ, ਔਰ ਨਾ ਹੀ ਅਕਾਲੀ ਦਲ ਦੇ ਪੈਰ ਲੱਗ ਰਿਹਾ ਕਿਤੇ। ਸੋ ਇਹਨਾਂ ਹਾਲਾਤ ਦੇ ਵਿੱਚ ਮੈਂ ਸਮਝਦਾ ਹਾਂ ਕਿ ਕਾਂਗਰਸ ਹਾਈ ਕਮਾਂਡ ਇਸ ਮਾਮਲੇ ਦੇ ਵਿੱਚ, ਅਗਰ ਇਹ ਕੈਪਟਨ ਅਮਰਿੰਦਰ ਨੇ ਬੜੀ ਕਲੀਅਰ ਕੱਟ ਸਟੈਂਡ ਲੈ ਲਿਆ ਹੈ ਕਿ ਨਵਜੋਤ ਸਿੱਧੂ ਨੂੰ ਪਾਰਟੀ ਦਾ ਪ੍ਰਧਾਨ ਨਹੀਂ ਬਣਾਇਆ ਜਾ ਸਕਦਾ, ਜੇ ਉਹ ਮੰਤਰੀ ਮੰਡਲ 'ਚ ਆਉਣੇ ਚਾਹੁੰਦੇ ਆ, ਉਹਨਾਂ ਦੀ ਕੁਰਸੀ ਖਾਲੀ ਪਈ ਆ, ਉੱਥੇ ਆ ਕੇ ਬਹਿ ਜਾਣ, ਦੁਬਾਰਾ ਉਹਨੂੰ ਲਗਾ ਲਿਆ ਜਾਏਗਾ, ਤਾਂ ਇਹਦੇ ਖਿਲਾਫ ਜਾ ਕੇ ਇਹ ਹਾਈ ਕਮਾਂਡ ਕਿੰਨਾ ਕੁ ਚਲੇ ਜਾਏਗਾ, ਇਹ ਮੈਂ ਸਮਝਦਾ ਹਾਂ ਕਿ ਫਿਲਹਾਲ ਦੀ ਘੜੀ ਇਹ ਰਿਸਕ ਲੈਣ ਦੀ ਉਹ ਤਿਆਰ ਨਹੀਂ ਹੋਣਗੇ। ਓਕੇ ਓਕੇ, ਥੈਂਕ ਯੂ ਪ੍ਰਾਸ਼ਾ ਜੀ। ਜਸਪਾਲ ਜੀ, ਤੁਸੀਂ ਦੋਨਾਂ ਸੀਨੀਅਰ ਜਰਨਲਿਸਟਾਂ ਦੇ ਕਮੈਂਟ ਸੁਣੇ ਆ, ਤੁਸੀਂ ਆਪਣੀ ਗੱਲ ਵੀ ਕਹੋਗੇ, ਪਰ ਮੈਂ ਇੱਕ ਸਵਾਲ ਉਸ ਤੋਂ ਪਹਿਲਾਂ ਲੈਣਾ ਚਾਹੁੰਦਾ ਹਾਂ। ਜਿੱਦਾਂ ਦੀ ਸਥਿਤੀ ਕਾਂਗਰਸ ਦੇ ਅੰਦਰ ਬਣੀ ਆ, ਜਸਪਾਲ ਜੀ ਤੁਸੀਂ ਮਾਲਵੇ ਨੂੰ ਲੰਬੇ ਸਮੇਂ ਤੋਂ ਕਵਰ ਕਰਦੇ ਆ ਰਹੇ ਹੋ, ਪੰਜਾਬ ਨੂੰ ਵੀ ਕਵਰ ਕਰਦੇ ਹੋ। ਇੱਕ ਸਮਾਂ ਸੀ ਜਦੋਂ ਪ੍ਰਕਾਸ਼ ਸਿੰਘ ਬਾਦਲ ਤੇ ਜਥੇਦਾਰ ਗੁਰਚਰਨ ਸਿੰਘ ਟੌੜਾ ਦੀ ਆਪਸ ਵਿੱਚ ਖੜਕੀ ਸੀ, ਆਮਣੋ ਸਾਹਮਣੇ ਹੋ ਗਏ ਸੀ। ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਸੀ ਕਿ ਜਥੇਦਾਰ ਟੌੜਾ ਨੂੰ ਪਾਸੇ ਕਰਕੇ ਮੇਰਾ ਕੋਈ ਨੁਕਸਾਨ ਨਹੀਂ, ਉਹਨੇ ਐਸਜੀਪੀਸੀ ਤੋਂ ਪਾਸੇ ਕਰਤਾ, ਸਾਰੇ ਅਹੁਦਿਆਂ ਤੋਂ ਪਾਸੇ ਕਰਤਾ। ਟੌੜਾ ਸਾਹਿਬ ਚੰਦੂ ਮਾਜਰਾ ਤੇ ਆਪਣੇ 2-4 ਸਾਥੀਆਂ ਨੂੰ ਨਾਲੋਂ ਨਾਲ ਲੈ ਕੇ ਪੰਜਾਬੀ ਚ ਜਿਹਨੂੰ ਕਹਿੰਦੇ ਆ ਕਿ ਵੱਟੋ ਵੱਟ ਤੁਰੇ ਫਿਰਦੇ ਸੀ। ਇਹਦੇ ਬਾਵਜੂਦ ਜਦੋਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਆਈਆਂ, ਆਪਾਂ ਨਤੀਜੇ ਸਾਰੇ ਜਾਣਦੇ ਹਾਂ, ਬਾਦਲ ਸੱਤਾ ਤੋਂ ਬਾਹਰ ਹੋ ਗਿਆ। ਨਵਜੋਤ ਸਿੱਧੂ ਤੇ ਕੈਪਟਨ ਅਮਰਿੰਦਰ ਦੀ ਜਿਹੜੀ ਲੜਾਈ ਚੱਲ ਰਹੀ ਹੈ, ਕੀ ਲੱਗਦਾ ਕਿ ਅਮਰਿੰਦਰ ਦੀ ਜਿਹੜੀ ਮੁੱਖ ਮੰਤਰੀ ਦੀ ਅਹੁਦੇ ਲਈ ਦਾਅਵੇਦਾਰੀ ਸੀ, ਉਹ ਬਹੁਤ ਵੱਡੇ ਖਤਰੇ 'ਚ ਪੈ ਜਾਏਗੀ ਜੇ ਇਹ ਲੜਾਈ ਇਸੇ ਤਰੀਕੇ ਨਾਲ ਬਣੀ ਰਹਿੰਦੀ ਹੈ? ਮੈਂ ਬਾਦਲ ਤੇ ਟੌੜਾ ਦਾ ਜ਼ਿਕਰ ਇਸੇ ਕਰਕੇ ਕੀਤਾ। ਤੁਸੀਂ ਠੀਕ ਜ਼ਿਕਰ ਕੀਤਾ ਜੀ। ਇਹ ਗੱਲ ਹੈਗੀ ਆ 1998 ਦੀ। ਆਨੰਦਪੁਰ ਸਾਹਿਬ ਦਾ ਜਿਹੜਾ ਇਹ ਸੀਗਾ ਖਾਲਸਾ ਹੈਰੀਟੇਜ ਦਾ ਨੀਂਹ ਪੱਥਰ 20 ਨਵੰਬਰ 1998 ਨੂੰ ਰੱਖਿਆ ਗਿਆ ਸੀ, ਜਦੋਂ ਬਾਦਲ ਟੌੜਾ ਇੱਕ ਦੂਜੇ ਤੋਂ ਦੂਰੀ ਬਣਾ ਕੇ, ਭਾਵੇਂ ਮੈਂ ਇੱਕੋ ਮੰਚ ਤੇ ਬੋਲੇ ਸਨ, ਪਰ ਇੱਕ ਦੂਜੇ ਤੋਂ ਜਿਹੜਾ ਹੈਗਾ ਮੂੰਹ ਦੂਜੇ ਪਾਸੇ ਕੀਤੇ ਹੋਏ ਸਨ। ਉਸ ਵੇਲੇ ਇਹ ਗੱਲ ਚੱਲੀ ਤੇ 1999 ਦੇ ਵਿੱਚ ਜਦੋਂ 300 ਸਾਲਾ ਮਨਾਉਣਾ ਸੀ ਤਾਂ ਦੋਨਾਂ ਨੇ ਵੱਖਰੇ ਤੌਰ ਤੇ ਮਨਾਇਆ ਸੀ। ਜਦੋਂ 2002 ਦੀਆਂ ਚੋਣਾਂ ਆਈਆਂ, ਬਾਦਲ ਸਾਹਿਬ ਦੇ ਸੱਟ ਵੀ ਵੱਜੀ, ਉਹਨਾਂ ਨੇ ਇੱਕ ਬੱਸ ਲਿਆਂਦੀ, ਉਹਦੇ ਵਿੱਚ ਸਾਰਾ ਕੁਝ ਕੀਤਾ ਤੇ ਸਰਕਾਰ ਤੋਂ ਪਾਸੇ ਹੋ ਗਏ ਸਨ। ਅਕਾਲੀ ਦਲ ਉਦੋਂ ਹੀ ਜਿੱਤਿਆ ਜਦੋਂ ਸਾਰੇ ਅਕਾਲੀ ਇਕੱਠੇ ਹੋ ਕੇ ਲੜੇ ਨੇ, ਨਹੀਂ ਅਕਾਲੀ ਕਦੇ ਜਿੱਤੇ ਨਹੀਂ। ਉਸ ਵੇਲੇ ਟੌੜਾ ਸਾਹਿਬ ਨੂੰ ਆਪਣੇ ਪੱਤਰਕਾਰਾਂ ਨੇ ਸਵਾਲ ਪੁੱਛਿਆ ਵੀ ਤੁਸੀਂ ਬਣਿਆ ਤਾਂ ਤੁਹਾਡਾ ਕੁਝ ਹੈ ਨਹੀਂ। ਉਹ ਕਹਿੰਦੇ ਵੀ ਜਿਹੜੇ ਜਹਾਜ਼ਾਂ ਤੇ ਚੜੇ ਫਿਰਦੇ ਸੀ ਉਹ ਤਾਂ ਥੱਲੇ ਲਾ ਲਏ ਨਾ। ਉਹ ਸੜਕ ਤੇ ਬਾਦਲ ਜਾਂਦੇ ਸਾਹਿਬ ਦੇ ਵੀ ਬਾਦਲ ਨੂੰ ਤਾਂ ਅਸੀਂ ਨਹੀਂ ਬਣਨ ਦਿੱਤਾ ਨਾ, ਹੈ ਜੀ, ਉਹ ਸੜਕ ਤੇ ਆ ਗਏ, ਥੱਲੇ ਲਾ ਲਏ। ਸੋ ਅੱਜ ਦੀ ਸਥਿਤੀ ਦੇ ਵਿੱਚ ਕੈਪਟਨ ਸਾਹਿਬ ਪੈਰ ਪੈਰ ਦੇ ਉੱਤੇ ਆਪਣੇ ਬਿਆਨ ਬਦਲਦੇ ਆ। ਪਹਿਲਾਂ ਤਾਂ ਉਹ ਇਹ ਕਹਿੰਦੇ ਆ ਕਿ ਨਵਜੋਤ ਸਿੱਧੂ ਦੇ ਦਰਵਾਜ਼ੇ ਮੇਰੇ ਲਈ ਬੰਦ ਨੇ। ਕੀ ਹੁਣ ਉਹ ਹਾਈ ਕਮਾਂਡ ਤੋਂ ਵੀ ਉੱਪਰ ਹੋ ਗਏ ਨੇ? ਉਹ ਦੱਸਣ ਕਿ ਨਵਜੋਤ ਸਿੱਧੂ ਇਸ ਵੇਲੇ ਸਿਰਫ ਇੱਕ ਐਮਐਲਏ ਹੈ, ਮੰਤਰੀ ਮੰਡਲ ਚ ਤਾਂ ਹੈ ਨਹੀਂ। ਮੰਤਰੀ ਮੰਡਲ ਚ ਜੇ ਨਵਜੋਤ ਸਿੱਧੂ ਹੁੰਦਾ ਤਾਂ ਕੈਪਟਨ ਸਾਹਿਬ ਉਹਦੇ ਬੌਸ ਸੀ, ਕਿਉਂਕਿ ਉਹ ਮੁੱਖ ਮੰਤਰੀ ਨੇ। ਤੇ ਇਹ ਕਹਿਣਾ ਕਿ ਮੈਂ ਹੈ ਨਹੀਂ, ਇਹ ਸਾਰਾ ਡਰਾਮਾ ਹੈ। ਨਵਜੋਤ ਜਿਹੜਾ ਆਪਣੇ ਜਾਖੜ ਨੇ ਕੀਤਾ ਕਿ ਆਹ ਲਓ ਜੀ ਮੇਰਾ ਅਸਤੀਫਾ, ਜਾਖੜ ਨੇ ਜੇ ਅਸਤੀਫਾ ਦੇਣਾ ਸੀ ਬੀਬੀ ਸੋਨੀਆ ਗਾਂਧੀ ਨੂੰ ਫੜਾਉਂਦਾ, ਇੱਥੇ ਦੇਣ ਦੀ ਕੀ ਲੋੜ ਸੀਗੀ? ਇਹ ਸਾਰਾ ਡਰਾਮਾ ਕੀਤਾ, ਲੋਕਾਂ ਦੇ ਅੱਖਾਂ 'ਚ ਕੱਟਾ ਪਾਇਆ। ਹੁਣ ਜੇ 1998 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਅਕਾਲੀ ਦਲ ਚੋਂ ਆ ਕੇ ਪ੍ਰਧਾਨ ਵੀ ਬਣ ਸਕਦਾ ਤੇ ਮੁੱਖ ਮੰਤਰੀ ਬਣ ਸਕਦਾ, ਪਰ ਨਵਜੋਤ ਸਿੱਧੂ ਕਿਉਂ ਨਹੀਂ ਬਣ ਸਕਦਾ? ਇਸ ਵੇਲੇ ਜਿਸ ਤਰ੍ਹਾਂ ਦੀ ਕਾਰਗੁਜ਼ਾਰੀ ਕੈਪਟਨ ਅਮਰਿੰਦਰ ਸਿੰਘ ਦੀ ਹੈ, ਨਾ ਘਰੋਂ ਬਾਹਰ ਨਿਕਲਣ, ਨਾ ਕਿਸੇ ਨੂੰ ਮਿਲਣ, ਉਹਨਾਂ ਨੇ ਭਾਵੇਂ ਕਹਿਤਾ ਵੀ ਇਸੇ ਤਰ੍ਹਾਂ ਮੈਂ ਕੰਮ ਕਰਦਾ ਰਹਾਂਗਾ। ਅਗਲੇ ਸਮੇਂ ਦੇ ਵਿੱਚ ਜੇ ਕਾਂਗਰਸ ਨੇ ਇਹ ਸਾਰਾ ਕੁਝ ਨਾ ਸੰਭਿਆ ਤਾਂ ਮੈਂ ਬੜੇ ਦਾਅਵੇ ਨਾਲ ਕਹਿ ਸਕਦਾ ਕਿ ਕਾਂਗਰਸ 2022 ਚ ਪੰਜਾਬ ਚ ਸੱਤਾ ਚ ਆਉਣਾ ਭੁੱਲ ਜੇ। ਜਿਵੇਂ ਕਾਂਗਰਸ ਨੇ ਪਹਿਲਾਂ ਬਿਹਾਰ ਗਵਾਇਆ, ਆਪਦੀ ਗਰਾਊਂਡ ਰਿਐਲਿਟੀ ਨੂੰ ਦੇਖ ਕੇ ਬਿਹਾਰ ਉਹਨਾਂ ਨੂੰ ਇਸ ਕਰਕੇ ਨਹੀਂ ਆਇਆ, ਉਹ 35 ਦੀ ਥਾਂ ਤੇ 70 ਸੀਟਾਂ ਮੰਗ ਕੇ ਖੜ ਗਏ, ਕਿਉਂਕਿ ਉਹਨਾਂ ਨੇ ਆਪਦਾ ਕੋਈ ਹੋਮਵਰਕ ਉੱਥੇ ਨਹੀਂ ਸੀ ਕੀਤਾ ਕਿੰਨਾ ਕੁ ਉਹਨਾਂ ਦੇ ਨਾਲ ਨੇ। ਤੇਜਸਵੀ ਨੇ ਕਿਹਾ ਸੀ ਕਿ ਤੁਸੀਂ 35 ਦੀ ਵੀ ਜਾਂ 40 ਸੀਟਾਂ ਲੈ ਲਓ। ਜੇ ਉਹਨਾਂ ਨੇ 40 ਸੀਟਾਂ ਲਈਆਂ ਹੁੰਦੀਆਂ ਤਾਂ ਬਿਹਾਰ, ਤਾਮਿਲਨਾਡੂ ਤੇ ਕੇਰਲਾ ਨੂੰ ਛੱਡ ਕੇ ਇਹ ਪਹਿਲਾਂ ਬਿਹਾਰ ਦੇ ਵਿੱਚ ਹੀ ਮੋਦੀ ਨੂੰ ਨੱਥ ਪਾਈ ਜਾ ਸਕਦੀ ਜੋ ਔਰ ਇਹ ਸਾਰੇ ਦਾ ਸਾਰਾ ਜਿਹੜਾ ਜਾਂਦਾ ਦਾਰੋਮਦਾਰ ਉਹ ਜਾਂਦਾ ਕਾਂਗਰਸ ਦੇ। ਇੱਕ ਮਿੰਟ ਮੈਂ ਗੱਲ ਕਰਾਂ। ਹੁਣ ਤੁਸੀਂ ਕਿਹਾ ਵੀ ਕੈਪਟਨ ਅਮਰਿੰਦਰ ਸਿੰਘ ਜਿਸ ਤਰੀਕੇ ਦੇ ਨਾਲ ਲੱਗੇ ਹੋਏ ਹੈ, ਕੈਪਟਨ ਅਮਰਿੰਦਰ ਸਿੰਘ ਨੇ ਆਪਣਾ ਸੁਭਾਅ ਨਹੀਂ ਬਦਲਣਾ।
ਉਹਨਾਂ ਦਾ ਏਜ ਫੈਕਟਰ ਵੀ ਹੈ ਕਿ ਇਸ ਤਰ੍ਹਾਂ ਦੇ ਏਜ ਫੈਕਟਰ ਵਾਲਾ ਬੰਦਾ 2022 ਦੇ ਵਿੱਚ ਖੁੱਲ੍ਹ ਕੇ ਖੇਡ ਸਕਦਾ ਹੈ, ਲੋਕਾਂ ਨਾਲ ਜਾ ਸਕਦਾ ਹੈ, 10-10 ਥਾਂ ਤੇ ਪ੍ਰਚਾਰ ਕਰ ਸਕਦਾ ਹੈ। ਮੇਰਾ ਖਿਆਲ ਇਹ ਕੈਪਟਨ ਸਾਹਿਬ ਵਾਸਤੇ ਮੁਸ਼ਕਲ ਹੋਵੇਗਾ। ਉਸ ਵੇਲੇ ਕਾਂਗਰਸ ਨੂੰ ਬਦਲਣ ਦੀ ਲੋੜ ਤਾਂ ਹੈਗੀ ਹੈ। ਉਹ ਨਵਜੋਤ ਸਿੱਧੂ ਨੂੰ ਬਣਾਉਂਦੀ ਹੈ, ਜਾਖੜ ਨੂੰ ਬਣਾਉਂਦੀ ਹੈ, ਪ੍ਰਤਾਪ ਬਾਜਵੇ ਨੂੰ ਬਣਾਉਂਦੀ ਹੈ, ਜਾਂ ਕਿਸੇ ਹੋਰ ਨੂੰ ਬਣਾਉਂਦੀ ਹੈ। ਇੱਕ ਗੱਲ ਮੈਂ ਤੁਹਾਨੂੰ ਹੋਰ ਕਹਾਂ ਕਿ ਆਹ ਜਿਹੜੇ ਮੰਤਰੀ ਕਦੇ ਉਧਰ ਕਦੇ ਉਧਰ ਕਦੇ ਉਧਰ, ਜਿਵੇਂ CBI ਦਾ ਪਿੰਜਰਾ ਕੇਂਦਰ ਕੋਲੇ ਹੈਗਾ ਨਾ, ਵਿਜੀਲੈਂਸ ਦਾ ਇਹਨਾਂ ਕੋਲੇ ਵੀ ਹੈ। ਇਹ ਜਿੰਨੇ ਕੁ ਮੰਤਰੀ ਦੁੱਧ ਧੋਤੇ ਨੇ ਪਿਛਲੇ 4 ਸਾਲਾਂ 'ਚ, ਜੋ ਕੁਝ ਇਹਨਾਂ ਨੇ ਕੀਤਾ ਉਹ ਫਾਈਲਾਂ ਵੀ ਕੈਪਟਨ ਕੋਲੇ ਪਈਆਂ ਨੇ। ਇਸ ਕਰਕੇ ਜਦੋਂ ਇਹਨਾਂ ਨੂੰ ਉਹ ਫਾਈਲਾਂ ਦੇ ਦਰਸ਼ਨ ਕਰਾਏ ਜਾਂਦੇ ਆ ਨਾ, ਤਾਂ ਇਹਨਾਂ ਦੀਆਂ ਜਵਾਨਾਂ ਨਾਲ ਦੀ ਨਾਲ ਰੁਕ ਜਾਂਦੀਆਂ। ਥੈਂਕ ਯੂ ਜਸਪਾਲ ਜੀ, ਬਿਲਕੁਲ ਤੁਹਾਡੀ ਗੱਲ ਆ ਗਈ। ਹਰਕਮਲ ਜੀ ਜਿਹੜਾ ਹੈਗਾ ਸੰਖੇਪ ਦੇ ਵਿੱਚ ਮੈਂ ਸਮੇਂ ਦੇ ਲਿਹਾਜ਼ ਨਾਲ, ਜੋ ਪ੍ਰਾਸ਼ੀ ਜੀ ਨੇ ਵੀ ਇਹ ਸਵਾਲ ਨੂੰ ਲਿਆ ਕੇ ਖੜਾ ਕੀਤਾ ਹੈ ਕਿ ਠੀਕ ਹੈ ਨਵਜੋਤ ਸਿੱਧੂ ਤੇ ਕੈਪਟਨ ਅਮਰਿੰਦਰ ਆਮਣੇ ਸਾਹਮਣੇ ਖੜੇ ਹੈ, ਪਰ ਜਿਹੜੀ ਕੇਂਦਰ ਦੀ ਕਮਜ਼ੋਰ ਲੀਡਰਸ਼ਿਪ ਹੈ ਉਹਦੇ ਚੱਲਦਿਆਂ ਕੋਈ ਛੇਤੀ ਕਿਤੇ ਇਦਾਂ ਦਾ ਫੈਸਲਾ ਹੋਣ ਦੀ ਸੰਭਾਵਨਾ ਨਹੀਂ। ਸੰਖੇਪ 'ਚ ਮੈਂ ਜਵਾਬ ਚਾਹਾਂਗਾ ਹਰਕਮਲ ਜੀ। ਦੇਖੋ ਜਗਤਾਰ ਜੀ, ਗੱਲ ਇਹ ਹੈਗੀ ਹੈ ਕਿ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਅੱਜ ਦੀ ਡੇਟ 'ਚ ਕਾਂਗਰਸ ਹਾਈ ਕਮਾਂਡ ਵੀਕ ਹੈਗੀ ਹੈ। ਉਹ ਵੀਕ ਵਿਕਟ ਤੇ ਹੈਗੇ ਨੇ, ਇਲੈਕਸ਼ਨਾਂ ਹਾਰੀਆਂ ਹੈ, ਦੇਸ਼ 'ਚ ਜਿਹੋ ਜਿਹਾ ਉਹਨਾਂ ਨੂੰ ਰਿਸਪਾਂਸ ਮਿਲ ਰਿਹਾ ਹੈ ਉਹ ਉਹਦੇ ਤੋਂ ਕੋਈ ਬਹੁਤ ਖੁਸ਼ ਨਹੀਂ ਹੈਗੇ, ਇਨਕਰੇਜ ਨਹੀਂ ਹੋ ਰਹੇ। ਲੇਕਿਨ ਜੇ ਤੁਸੀਂ ਇਹ ਸਮਝੋ ਕਿ ਕਾਂਗਰਸ ਹਾਈ ਕਮਾਂਡ ਬਿਲਕੁਲ ਹਥਿਆਰ ਸੁੱਟ ਦੇਗੀ ਔਰ ਆਪਣੇ ਸੂਬਿਆਂ ਦੇ ਚੀਫ ਮਿਨਿਸਟਰਾਂ ਦੇ ਸਾਹਮਣੇ ਉਹ ਗੋਡੇ ਲਾ ਦੇਣਗੇ, ਮੈਨੂੰ ਉਹ ਗੱਲ ਨਹੀਂ ਜੱਚਦੀ। ਉਹ ਮੇਰੇ ਖਿਆਲ 'ਚ ਇਸ ਗੱਲ ਨੂੰ ਕਦੀ ਟੋਲਰੇਟ ਨਹੀਂ ਕਰਨਗੇ। ਔਰ ਤੁਸੀਂ ਦੇਖੋਗੇ ਅਗਲੇ 1 ਮਹੀਨੇ 'ਚ ਨਤਾਰਾ ਹੋ ਜਾਏਗਾ ਕਿ ਹਾਈ ਕਮਾਂਡ ਜਿਹੜੀ ਹੈ ਉਹ ਹਾਵੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਹਾਵੀ। ਥੈਂਕ ਯੂ ਪ੍ਰਾਸ਼ਾ ਜੀ। ਲਾਸਟ ਕਮੈਂਟ ਦੇਖते ਜਾਣ ਤੋਂ ਪਹਿਲਾਂ, ਜੋ ਜਸਪਾਲ ਢਿੱਲੋਂ ਉਹਨਾਂ ਨੇ ਕਿਹਾ ਕਿ ਜੇ ਨਵਜੋਤ ਸਿੱਧੂ ਤੇ ਕੈਪਟਨ ਅਮਰਿੰਦਰ ਦੀ ਲੜਾਈ ਨੂੰ ਨਾ ਰੁਕਾਏਗਾ, ਇਸ ਤਰ੍ਹਾਂ ਚੱਲਦੀ ਰਹੀ ਤੇ ਬਾਦਲ ਟੋੜਾ ਦੀ ਤਰ੍ਹਾਂ ਕਾਂਗਰਸ ਵੀ ਰੁਲ ਸਕਦੀ ਹੈ ਆ ਰਹੀ ਪੰਜਾਬ ਵਿਧਾਨ ਸਭਾ 'ਚ। ਸੰਖੇਪ 'ਚ ਮੈਂ ਜਵਾਬ ਪ੍ਰਾਸ਼ਾ ਜੀ। ਹਾਂ ਜਗਤਾਰ ਜੀ, ਇਹਦੇ ਵਿੱਚ ਇਹ ਦੋਨੋਂ ਜਿਹੜੇ ਕੁਐਸਚਨ ਬੜੇ ਵੈਲਿਡ ਹੈ। ਦੇਖੋ ਪਹਿਲੀ ਤਾਂ ਗੱਲ ਇਹ ਹੈ ਕਿ ਕਿੱਥੇ ਜਥੇਦਾਰ ਤੋੜਾ ਤੇ ਕਿੱਥੇ ਨਵਜੋਤ ਸਿੰਘ ਸਿੱਧੂ, ਦੋਨੋਂ ਦੀ ਕੋਈ ਤੁਲਨਾ ਕੋਈ ਨਹੀਂ ਹੈ। ਮੈਂ ਸਮਝਦਾ ਹੈ ਕਿ ਜਿੱਦਾਂ ਜਥੇਦਾਰ ਤੋੜਾ ਸਨ ਰਾਈਡ ਟਕਸਾਲੀ ਅਕਾਲੀ ਸੀ, ਸਾਰੀ ਉਮਰ ਉਹਨੇ ਮਰਤੇ ਦਮ ਤੱਕ ਸੇਵਾ ਕੀਤੀ ਹੈ। ਉਠੋ ਕੇ ਆਏ ਲੋ ਜਿਹੜੇ ਪੁਰਾਣਾ ਰੰਗ ਚੜਿਆ ਉਤਰਿਆ ਨਹੀਂ ਹੋਣਾ ਹਾਲੇ ਵੀ। ਦੂਜੀ ਗੱਲ ਇਹ ਹੈ ਕਿ ਕਾਂਗਰਸ ਪਾਰਟੀ 2022 ਚੋਣ ਨਹੀਂ ਜਿੱਤੀ, ਜਿਸ ਤਰ੍ਹਾਂ ਕਿ ਮੇਰੇ ਵੀਰ ਨੇ ਕਿਹਾ ਵੈ, ਤਾਂ ਫਿਰ ਜਿੱਦਾਂ ਕੌਣ ਹੈ? ਤੁਸੀਂ ਮੈਨੂੰ ਦੱਸੋ ਕਿਹੜੀ ਪਾਰਟੀ ਜਿੱਤੀ ਹੈ? ਅਕਾਲੀ ਦਲ ਜਿੱਦਾ ਹੈ ਕਿ ਆਮ ਆਦਮੀ ਜਿੱਤੀ ਹੈ ਕਿ ਕੋਈ ਖੜੀ ਉੱਪਰੋਂ ਉਤਰ ਕੇ ਕੋਈ ਨਵਾਂ ਇੱਥੇ ਆਏਗਾ? ਦੇਖੋ ਕਾਂਗਰਸ ਕਮਜ਼ੋਰ ਹੋ ਸਕਦੀ, ਲੇਕਿਨ ਮੈਂ ਸਮਝਦਾ ਮੌਜੂਦਾ ਰਾਜਨੀਤਿਕ ਸਥਿਤੀ ਦੇ ਵਿੱਚ ਕਾਂਗਰਸ ਜਿਹੜੀ ਹੈ ਉਹੀ ਬੈਸਟ। ਔਰ ਕਾਂਗਰਸ ਦੇ ਵਿੱਚ ਆਪ ਲਈ ਕੈਪਟਨ ਅਮਰਿੰਦਰ ਚਾਹੇ ਉਹਦੀਆਂ ਜਿੰਨੀਆਂ ਬੜੀਆਂ ਖਾਮੀਆਂ, ਜੇ ਰਾਹੁਲ ਗਾਂਧੀ ਹੁਣ ਉਹਦੇ ਹੱਕ 'ਚ ਤਾਂ ਤੁਹਾਡਾ ਕੀ ਮਤਲਬ ਹੈ ਕਿ ਪਿਛਲੀ ਚੋਣਾਂ ਦੇ ਵਿੱਚ ਉਹ ਹੱਕ ਦੇ ਵੀ ਸੀ? ਉਹ ਤਾਂ ਜਿਹੜੇ 2012 ਦੇ ਇਲੈਕਸ਼ਨ ਹੋਏ ਉਸ ਲਈ ਵੀ ਬਣਾਉਣ 'ਚ ਤਿਆਰ ਨਹੀਂ ਸੀ। ਤੁਸੀਂ ਇਹ ਦੇਖੋ ਕਿ ਕੈਪਟਨ ਅਮਰਿੰਦਰ ਨੇ ਕੁੜਕੀ ਔਰ ਵਾਰਨਿੰਗ ਦਿੱਤੀ ਕਿ ਮੈਂ ਇੱਥੇ ਆਪਣੀ ਰੀਜਨਲ ਪਾਰਟੀ ਪੰਜਾਬ ਵਿਕਾਸ ਪਾਰਟੀ ਦੇ ਨਾਂ ਤੇ ਬਣਾਉਂਗਾ, ਤਾਂ ਉਹ ਸਿੱਧੇ ਹੋਏ, ਤਾਂ ਉਹਨਾਂ ਨੇ ਕਿਹਾ ਅੱਛਾ ਬਾਪੂ ਜੋ ਕਰਨਾ ਕਰੀ ਜਾ। ਥੈਂਕ ਯੂ ਪ੍ਰਾਸ਼ੀ। ਬਿਲਕੁਲ ਜਿਹੜਾ ਹੈਗਾ, ਆਪਾਂ ਜਦੋਂ ਪੰਜਾਬ ਦੇ ਵੱਡੇ ਮੁੱਦਿਆਂ ਦੀ ਗੱਲ ਕਰਦੇ ਹਾਂ ਤਾਂ ਮੀਡੀਆ ਨਾਲ ਚਰਚਾ 'ਚ ਜੇ ਆਪਾਂ ਗੱਲ ਕਰੀਏ ਤਾਂ ਕਰੋਨਾ ਮਹਾਮਾਰੀ ਦਾ ਜਿਹੜਾ ਮੁੱਦਾ ਇਸ ਵੇਲੇ ਜਿਹੜਾ ਭਿਆਨਕ ਰੂਪ ਧਾਰਨ ਕਰ ਚੁੱਕਾ ਹੈ, ਉਸ ਮੁੱਦੇ ਤੇ ਵੀ ਗੱਲ ਕਰਨੀ ਬਣਦੀ ਹੈ। ਸਾਡੇ ਨਾਲ ਮਾਲਵਾ ਹਲਕੇ ਦੇ ਸੀਨੀਅਰ ਜਰਨਲਿਸਟ ਨਰਪਿੰਦਰ ਧਾਲੀਵਾਲ ਜੁੜ ਚੁੱਕੇ ਹੈ। ਨਰਪਿੰਦਰ ਧਾਲੀਵਾਲ ਤੋਂ ਇਸ ਮੁੱਦੇ ਤੇ ਆਪਾਂ ਸਵਾਲ ਲਵਾਂਗੇ। ਨਰਪਿੰਦਰ ਧਾਲੀਵਾਲ ਜੀ, ਤੁਹਾਡਾ ਸਵਾਗਤ ਹੈ, ਜੀ ਆਇਆਂ ਨੂੰ। ਧੰਨਵਾਦ ਜੀ ਸਿੱਧੂ ਸਾਹਿਬ, ਮੇਰੇ ਵੱਲੋਂ ਪੈਨਲ 'ਚ ਸ਼ਾਮਲ ਸ਼ਖਸੀਅਤਾਂ ਤੇ ਗਲੋਬਲ ਪੰਜਾਬ ਟੀਵੀ ਦੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ। ਨਰਪਿੰਦਰ ਜੀ, ਮੈਂ ਇੱਕ ਅਹਿਮ ਸਵਾਲ ਜਿਹੜਾ ਮਾਲਵੇ ਨਾਲ ਸੰਬੰਧਿਤ ਕਰੋਨਾ ਮਹਾਮਾਰੀ ਦੇ ਮੱਦੇਨਜ਼ਰ ਰਹਿਣ ਲੱਗਿਆ ਹੈ, ਜਿਸ ਤਰ੍ਹਾਂ ਦੀਆਂ ਪ੍ਰਸਥਿਤੀਆਂ ਬਣੀਆਂ ਹੋਈਆਂ, ਚਾਹੇ ਕੇਂਦਰ ਸਰਕਾਰ ਪੰਜਾਬ ਸਰਕਾਰ ਦੀ ਗੱਲ ਕਰੀਏ, ਬੜੀਆਂ ਵੱਡੀਆਂ ਦਾਅਵੇਦਾਰੀਆਂ, ਪਰ ਜਿਹੜੀਆਂ ਰਿਪੋਰਟਾਂ ਆ ਰਹੀਆਂ ਪਿੰਡਾਂ 'ਚ ਇਸ ਵੇਲੇ ਜਿਹੜਾ ਕਰੋਨਾ ਮਹਾਮਾਰੀ ਹੈ ਬਹੁਤ ਖਤਰਨਾਕ ਹੱਦ ਤੱਕ ਪੈਰ ਪਸਾਰ ਰਿਹਾ ਹੈ ਔਰ ਮੈਡੀਕਲ ਸਿਸਟਮ ਜਿਹੜਾ ਹੈਗਾ ਉਹ ਚਰਮਰਾਉਂਦਾ ਨਜ਼ਰ ਆ ਰਿਹਾ ਹੈ। ਕੀ ਕਹੋਗੇ, ਸਥਿਤੀ ਹੈ ਇਹ ਚਰਚਾ? ਬਿਲਕੁਲ ਸਿੱਧੂ ਸਾਹਿਬ, ਪਿੰਡਾਂ ਦੀ ਹਾਲਤ ਇਸ ਟਾਈਮ ਬੜੀ ਵਿਸਫੋਟਕ ਹੈ ਕਰੋਨਾ ਕਰਕੇ।
ਪਿੰਡਾਂ ਦੇ ਵਿੱਚ ਘਰ ਘਰ ਜਿਹੜੇ ਮਰੀਜ਼ ਪਏ ਨੇ, ਮੰਜੇ ਮੱਲੀ ਪਏ ਨੇ, ਪਰ ਜਿਹੜਾ ਸਿਹਤ ਢਾਂਚਾ ਹੈਗਾ ਉਹ ਬਿਲਕੁਲ ਲੜਖੜਾ ਗਿਆ ਹੈਗਾ। ਇੱਕ ਪਿੰਡ ਨੂੰ 63 ਪਿੰਡਾਂ ਨੂੰ ਇੱਕ ਡਿਸਪੈਂਸਰੀ ਜਿਹੜੀ ਹੈਗੀ ਹੈ ਜੁੜੀ ਹੋਈ ਆ। ਹਾਲਤ ਐਡੀ ਮਾੜੀ ਹੈ ਕਿ ਪਿੰਡਾਂ ਵਾਲਿਆਂ ਦਾ ਨਾ ਤਾਂ ਕੋਈ ਉਹਨਾਂ ਨੂੰ ਜਾਣਕਾਰੀ ਹੈ, ਨਾ ਉਹਨਾਂ ਨੂੰ ਕੋਈ ਆਕਸੀਮੀਟਰ ਬਾਰੇ ਪਤਾ ਹੈ, ਨਾ ਉਹਨਾਂ ਨੂੰ ਕੋਈ ਹੋਰ ਜਾਣਕਾਰੀ ਹੈ। ਰੋਜ਼ਾਨਾ ਪਿੰਡਾਂ ਦੇ ਵਿੱਚ ਮੌਤਾਂ ਹੋ ਰਹੀਆਂ। ਮੌਤਾਂ ਹੋਣ ਦੇ ਬਾਵਜੂਦ ਜਿਹੜਾ ਪ੍ਰਸ਼ਾਸਨ ਹੈ ਉਹ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਸੈਂਪਲ ਤੱਕ ਨਹੀਂ ਲੈ ਰਿਹਾ। ਐਡੀ ਮਾੜੀ ਹਾਲਤ ਬਣੀ ਹੋਈ ਹੈ ਪਿੰਡਾਂ ਦੇ ਵਿੱਚ। ਪਰਿਵਾਰ ਜਿਹੜੇ ਹੈਗੇ ਨੇ ਉਹ ਮਤਲਬ ਮੰਜਿਆਂ ਤੇ ਪਏ ਨੇ। ਜੇ ਸਥਿਤੀ ਨੂੰ ਨਾ ਸੰਭਾਲਿਆ ਗਿਆ ਤਾਂ ਆਉਣ ਵਾਲੇ ਸਮੇਂ 'ਚ ਬੜਾ ਜਿਹੜਾ ਹੈਗਾ ਭਿਆਨਕ ਰੁਖ ਅਖਤਿਆਰ ਕਰ ਸਕਦੀ ਹੈ ਸਥਿਤੀ। ਨਰਪਿੰਦਰ ਜੀ, ਅਕਸਰ ਪਹਿਲਾਂ ਕਿਹਾ ਜਾਂਦਾ ਸੀ ਕਿ ਪੰਜਾਬ ਦੇ ਪਿੰਡ ਜਿਹੜੇ ਕਿ ਕਰੋਨਾ ਮਹਾਮਾਰੀ ਤੋਂ ਬਚੇ ਆ। ਹੁਣ ਜਦੋਂ ਕਰੋਨਾ ਦੀ ਦੂਜੀ ਲਹਿਰ ਆਈ ਹੈ, ਤੀਜੀ ਲਹਿਰ ਦੀ ਚਰਚਾ ਤਾਂ ਹੋ ਹੀ ਰਹੀ ਹੈ, ਕੀ ਲੱਗਦਾ ਹੈ ਕਿ ਇਹਦੇ ਟਾਕਰੇ ਦੇ ਲਈ ਪਿੰਡਾਂ ਦੇ ਵਿੱਚ ਜਦੋਂ ਕੋਈ ਜ਼ਰੂਰਤ ਪੈਂਦੀ ਹੈ, ਕਿਤੇ ਸਹੂਲਤ ਲੈਣੀ ਹੁੰਦੀ ਹੈ, ਜਿਹਦੀ ਤੁਸੀਂ ਗੱਲ ਕਹਿ ਰਹੇ ਹੋ, ਸ਼ਹਿਰਾਂ ਦੇ ਮੁਕਾਬਲੇ 'ਚ ਕਿੰਨੀ ਕੁ ਵੱਡੀ ਦਿੱਕਤ ਹੈ? ਕੀ ਉਹਨਾਂ ਨੂੰ ਕੋਈ ਸਮਝ ਲੱਗਦੀ ਹੈ ਕਿ ਕਰੋਨਾ ਮਹਾਮਾਰੀ ਹੈ, ਸਧਾਰਨ ਬੁਖਾਰ ਹੈ, ਜਾਂ ਕੀ ਸਮੱਸਿਆ ਹੈ? ਕਿਵੇਂ ਪਤਾ ਕਿ ਉਹਨਾਂ ਨੂੰ ਕਰੋਨਾ ਹੈ ਜਾਂ ਬੁਖਾਰ ਹੈ? ਕਿੱਧਰ ਜਾਣਗੇ ਉਹ? ਗੱਲ ਇਹ ਹੈ ਸਿੱਧੂ ਸਾਹਿਬ ਵੀ ਪਿੰਡਾਂ ਦੇ ਜਿਹੜੇ ਵਸਨੀਕ ਲੋਕ ਨੇ, ਤੁਸੀਂ ਦੇਖੋ 3 ਕਰੋੜ ਦੇ ਵਿੱਚੋਂ 2 ਕਰੋੜ ਆਬਾਦੀ ਜਿਹੜੀ ਹੈਗੀ ਆ ਆਪਣੀ ਪਿੰਡਾਂ 'ਚ ਰਹਿੰਦੀ ਹੈ। ਪਿੰਡਾਂ ਦੇ ਲੋਕ ਸ਼ਹਿਰਾਂ ਦੇ ਮੁਕਾਬਲੇ ਘੱਟ ਜਾਗਰੂਕ ਨੇ ਤੇ ਨਾ ਹੀ ਉਹਨਾਂ ਨੂੰ ਕੋਈ ਜਾਗਰੂਕ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਹਨਾਂ ਦਾ ਜਾਗਰੂਕ ਨਾ ਹੋਣਾ, ਉਹ ਕਰੋਨਾ ਦੀ ਬਿਮਾਰੀ ਨੂੰ ਸਹਿਜੇ 'ਚ ਲੈ ਰਹੇ ਨੇ, ਹਲਕੇ 'ਚ ਲੈ ਰਹੇ ਨੇ। ਜਦੋਂ ਹਲਕੇ 'ਚ ਲੈ ਰਹੇ ਨੇ ਤਾਂ ਪਿੰਡਾਂ ਦੇ ਵਿੱਚ ਜਿਹੜੀ ਭਾਈਚਾਰਕ ਸਾਂਝ ਹੈ ਉਹਦੀਆਂ ਤੰਦਾਂ ਇੰਨੀਆਂ ਪੀੜ੍ਹੀਆਂ ਨੇ ਕਿ ਉਹ ਜੇ ਕੋਈ ਬੰਦਾ ਬਿਮਾਰ ਵੀ ਹੁੰਦਾ ਹੈ ਉਹਨੂੰ ਘਰੇ ਰੱਖ ਕੇ ਹੀ ਖੁਦ ਪਰਿਵਾਰ ਦੇ ਮੈਂਬਰ ਇਲਾਜ ਕਰਦੇ ਆ, ਖੁਦ ਹੀ ਉਹਨੂੰ ਇਸ਼ਨਾਨ ਵਗੈਰਾ ਕਰਾਉਂਦੇ ਆ। ਇਸ ਕਰਕੇ ਪਰਿਵਾਰ ਹੀ ਜਿਹੜੇ ਹੈਗੇ ਆ ਉਹ ਬਿਮਾਰੀ ਦੀ ਲਪੇਟ 'ਚ ਆ ਰਹੇ ਆ। ਪ੍ਰਸ਼ਾਸਨ ਵੱਲੋਂ ਹਜੇ ਤੱਕ ਭਾਵੇਂ ਦਾਅਵਾ ਕੀਤਾ ਗਿਆ ਵੀ ਅਸੀਂ ਕੋਈ ਸਰਵੇ ਕਰ ਰਹੇ ਹਾਂ ਜਾਂ ਸਾਡਾ ਕੋਈ ਸਿਹਤ ਸਟਾਫ ਲੱਗਿਆ ਹੋਇਆ ਹੈ, ਪਰ ਮੈਂ ਆਸੇ-ਪਾਸੇ ਬਠਿੰਡਾ ਜ਼ਿਲ੍ਹੇ ਦੇ ਵਿੱਚ ਬਹੁਤ ਸਾਰੇ ਪਿੰਡਾਂ ਦੇ ਸਰਪੰਚਾਂ ਨਾਲ, ਮੋਹਤਵਰਾਂ ਨਾਲ ਗੱਲ ਕੀਤੀ ਹੈ। ਕਿਤੇ ਕੋਈ ਸਰਵੇ ਨਹੀਂ ਹੋ ਰਿਹਾ, ਕਿਤੇ ਕੋਈ ਉਹਨਾਂ ਦਾ ਹਾਲ ਚਾਲ ਨਹੀਂ ਜਾਣ ਰਿਹਾ। ਸਿਰਫ ਪਿੰਡਾਂ ਦੇ ਲੋਕ ਜਿਹੜੇ ਨੀਮ ਹਕੀਮ ਹੈ ਉਹਨਾਂ ਤੇ ਨਿਰਭਰ ਨੇ। ਓਹੜ-ਪੋਹੜ ਆਪਦਾ ਜਿਹੜਾ ਦੇਸੀ ਹੁੰਦਾ ਹੈ ਉਹੀ ਕਰਕੇ ਆਪਦੀ ਜ਼ਿੰਦਗੀ ਨਾਲ ਖੇਡ ਰਹੇ ਕਹਿ ਲੋ ਜਾਂ ਬਸਰ ਕਰ ਰਹੇ ਕਹਿ ਲੋ। ਜੀ ਨਰਪਿੰਦਰ, ਬਿਲਕੁਲ ਇੱਕ ਆਖਰੀ ਸਵਾਲ ਆ। ਬਦਕਿਸਮਤੀ ਨੂੰ ਜੇ ਕਰੋਨਾ ਕਾਰਨ ਪਿੰਡਾਂ 'ਚ ਕਿਸੇ ਮਰੀਜ਼ ਦੀ ਡੈਥ ਹੋ ਜਾਂਦੀ ਹੈ, ਜਿੱਦਾਂ ਤੁਸੀਂ ਕਹਿ ਰਿਹਾ ਕਿ ਕਾਫੀ ਹਾਹਾਕਾਰ ਮਚੀ ਵੀ ਹੈ, ਕੀ ਉਸ ਮੌਤ ਤੋਂ ਬਾਅਦ ਸਿਹਤ ਮਹਿਕਮੇ ਦਾ ਕੋਈ ਜੁੜਿਆ ਅਧਿਕਾਰੀ ਜਾਂ ਮੁਲਾਜ਼ਮ ਜਿਹੜਾ ਹੈਗਾ ਆ ਕੇ ਪਰਿਵਾਰ ਵਾਲਿਆਂ ਨੂੰ ਕੋਈ ਗਾਈਡ ਕਰਦਾ ਕਿ ਕਰੋਨਾ ਨਾਲ ਡੈਥ ਹੋਈ ਹੈ, ਇਹਦਾ ਸੰਸਕਾਰ ਇਸ ਤਰ੍ਹਾਂ ਹੋਣਾ ਚਾਹੀਦਾ ਹੈ, ਜਾਂ ਦੂਜੇ ਪਰਿਵਾਰ ਦੇ ਮੈਂਬਰਾਂ ਨੂੰ ਟੈਸਟ ਕਰਾਉਣੇ ਚਾਹੀਦੇ ਹੈ? ਕੋਈ ਟੀਮ ਆ ਕੇ ਗਾਈਡ ਕਰਦੀ ਹੈ? ਕੋਈ ਅਤਾ ਪਤਾ ਲੈਂਦਾ ਆ ਕੇ? ਨਹੀਂ ਸਿੱਧੂ ਸਾਹਿਬ, ਇਹ ਤਰਾਸ਼ਦੀ ਹੈ। ਮੈਂ ਜਿਹੜਾ ਦੇਖ ਰਿਹਾ ਮਤਲਬ ਬਠਿੰਡਾ ਡਿਸਟ੍ਰਿਕਟ, ਮਾਨਸਾ ਡਿਸਟ੍ਰਿਕਟ 'ਚ ਰੋਜ਼ਾਨਾ ਹਰ ਪਿੰਡ ਦੇ ਵਿੱਚ ਕਿਸੇ 'ਚ 2, ਕਿਸੇ 'ਚ 1 ਮੌਤ ਹੋ ਰਹੀ ਹੈ ਰੋਜ਼ਾਨਾ। ਲੇਕਿਨ ਜਿਹੜਾ ਸਿਹਤ ਮਹਿਕਮੇ ਦੇ ਮੁਲਾਜ਼ਮ ਕਹਿ ਲੋ, ਕਰਮਚਾਰੀ ਕਹਿ ਲੋ, ਉਹ ਉਹਨਾਂ ਨੂੰ ਕੋਈ ਗਿਆਨ ਮੁਹੱਈਆ ਨਹੀਂ ਕਰਾਉਂਦੇ, ਕੋਈ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਸੈਂਪਲ ਨਹੀਂ ਲੈਂਦੇ, ਕੋਈ ਉਹਨਾਂ ਦੇ ਘਰ ਨੂੰ ਸੈਨੀਟਾਈਜ਼ ਨਹੀਂ ਕਰਾਇਆ ਜਾਂਦਾ, ਕੋਈ ਉਹਨਾਂ ਨੂੰ ਸਮਝਾਇਆ ਨਹੀਂ ਜਾਂਦਾ। ਇਹ ਇੱਕ ਬਹੁਤ ਵੱਡਾ ਸਰਕਾਰ ਦਾ ਜਿਹੜਾ ਹੈਗਾ ਫੇਲੀਅਰ ਸਾਬਤ ਹੁੰਦਾ ਹੈਗਾ ਇੱਥੇ। ਜੀ ਨਰਪਿੰਦਰ ਜੀ, ਮਿਹਰਬਾਨੀ, ਤੁਸੀਂ ਸਾਨੂੰ ਆਪਣਾ ਸਮਾਂ ਦਿੱਤਾ, ਧੰਨਵਾਦ ਜੀ। ਸਤਿ ਸ੍ਰੀ ਅਕਾਲ ਹਰਕਮਲ ਜੀ, ਮਿਹਰਬਾਨੀ। ਹਰਕਮਲ ਜੀ, ਤੁਸੀਂ ਨਰਪਿੰਦਰ ਦੇ ਕਮੈਂਟਸ ਵੀ ਸੁਣੇ ਹੈ। ਇੱਕ ਪਾਸੇ ਤਾਂ ਹੁਣ ਪਿੰਡਾਂ ਦੇ ਪੱਧਰ ਤੇ ਵੀ ਕਰੋਨਾ ਐਡੀ ਵੱਡੀ ਮਹਾਮਾਰੀ ਦਾ ਰੂਪ ਧਾਰਨ ਕਰ ਚੁੱਕਾ ਹੈ, ਦੂਜੇ ਪਾਸੇ ਜਦੋਂ ਆਪਾਂ ਸਿਸਟਮ ਦੀ ਗੱਲ ਕਰਦੇ ਹਾਂ ਤਾਂ ਪ੍ਰਧਾਨ ਮੰਤਰੀ ਕੇਅਰ ਫੰਡ 'ਚ ਜਿਹੜੇ ਵੈਂਟੀਲੇਟਰ ਆਏ ਹੈ ਪੰਜਾਬ 'ਚ ਉਹੀ ਬੜੀ ਵੱਡੀ ਗਿਣਤੀ 'ਚ ਨੁਕਸਦਾਰ ਪਾਏ ਗਏ ਹੈ। ਤੇ ਜਦੋਂ ਪੰਜਾਬ ਵੱਲੋਂ ਕੇਂਦਰ ਨੂੰ ਕਿਹਾ ਗਿਆ ਤਾਂ ਜਵਾਬ ਉਹਨਾਂ ਦਾ ਹੈ ਕਿ ਜੀ ਕੋਈ ਨਹੀਂ, ਆਪਾਂ ਠੀਕ ਕਰਵਾ ਦਿੰਦੇ ਹਾਂ। ਐਡੀ ਵੱਡੀ ਪੱਧਰ ਤੇ ਭ੍ਰਿਸ਼ਟਾਚਾਰ ਕੇਵਲ ਵੈਂਟੀਲੇਟਰਾਂ 'ਚ ਨਹੀਂ, ਦੂਜੇ ਸਾਜੋ ਸਮਾਨ 'ਚ ਵੀ ਇਹੀ ਹਾਲਤ ਬਣੀ ਦੀ ਹੈ। ਇਹ ਜਿਹੜੀ ਗੈਰ ਮਾਨਵੀ, ਸ਼ਰਮਸਾਰ ਕਰਨ ਵਾਲੀ ਲੁੱਟ ਹੈ, ਇਹਦੇ ਬਾਰੇ ਕੀ ਕਹੋ? ਇੱਕ ਪਾਸੇ ਮੌਤਾਂ, ਦੂਜੇ ਪਾਸੇ ਇਸ ਲੁੱਟ ਨਾਲ ਹੱਥ ਰੰਗੇ ਜਾ ਰਹੇ ਹੈ। ਜੀ ਹਰਕਮਲ ਜੀ। ਜਗਤਾਰ ਜੀ, ਬੜੇ ਅਫਸੋਸ ਦੀ ਗੱਲ ਹੈਗੀ ਏ ਕਿ ਲੋਕਾਂ ਨੂੰ ਰੱਬ ਭੁੱਲ ਗਿਆ, ਲੋਕਾਂ 'ਚ ਇਨਸਾਨੀਅਤ ਖਤਮ ਹੋ ਗਈ ਏ, ਔਰ ਸਾਡਾ ਜਿਹੜਾ ਨੈਸ਼ਨਲ ਕਰੈਕਟਰ ਹੈਗਾ ਹਿੰਦੁਸਤਾਨੀਆਂ ਦਾ, ਉਹ ਸਾਨੂੰ ਸ਼ਰਮਸਾਰ ਕਰ ਰਿਹਾ। ਜੇ ਸਾਡਾ
ਕਰੈਕਟਰ ਇਹੋ ਹੀ ਹੈਗਾ ਕਿ ਅਸੀਂ ਇੱਕ ਇਹੋ ਜਿਹੇ ਕ੍ਰਾਈਸਿਸ ਦੇ ਟਾਈਮ ਦੇ ਵਿੱਚ ਅਸੀਂ ਦਵਾਈਆਂ ਦੀ ਬਲੈਕ ਕਰਨੀ ਹੈ, ਅਸੀਂ ਆਕਸੀਜਨ ਦੀ ਬਲੈਕ ਕਰਨੀ ਹੈ, ਔਰ ਅਸੀਂ ਜੋ ਗਵਰਨਮੈਂਟ ਵੱਲੋਂ ਪਰਚੇਜ਼ ਕਰਨੀ ਹੈ ਉਹਦੇ ਚ 50% ਤੱਕ ਹੇਰਾਫੇਰੀ ਕਰਨੀ ਹੈ। ਮੈਨੂੰ ਦੱਸੋ ਕੀ ਇਸ ਮੁਲਕ ਦਾ ਕੀ ਕਿਰਦਾਰ ਹੈਗਾ ਹੈ? ਅਸੀਂ ਕੀ ਸਾਡੇ ਚ ਇਨਸਾਨੀਅਤ ਹੈਗੀ ਹੈ? ਇੱਕ ਪਾਸੇ ਸੈਂਕੜਿਆਂ ਚ ਹਜ਼ਾਰਾਂ ਚ ਰੋਜ਼ ਲੋਕ ਮਰ ਰਹੇ ਨੇ, ਔਰ ਤੁਸੀਂ ਦੇਖੋ ਜਿਵੇਂ ਤੁਸੀਂ ਦੱਸਿਆ PM ਕੇਅਰ ਜਿਹੜਾ ਫੰਡ ਹੈਗਾ, ਹਾਲਾਂਕਿ ਇਸ ਫੰਡ ਦੇ ਉੱਤੇ ਕੋਈ ਆਡਿਟ ਨਹੀਂ ਹੁੰਦਾ, ਕੋਈ ਇਹਨੂੰ ਪੁੱਛ ਨਹੀਂ ਸਕਦਾ ਕਿਵੇਂ ਖਰਚਿਆ ਗਿਆ, ਔਰ ਤੁਸੀਂ ਦੇਖੋ ਉਹਦੇ ਚ ਹੋ ਕੀ ਰਿਹਾ ਹੈ। ਇਹ ਸਾਨੂੰ ਇੱਥੇ ਜਿਹੜੇ ਵੈਂਟੀਲੇਟਰ ਪੰਜਾਬ ਚ ਭੇਜੇ ਉਹ ਡਿਫੈਕਟਿਵ, ਪਹਿਲਾਂ PGI ਚ ਭੇਜੇ ਸੀ ਉਹ ਡਿਫੈਕਟਿਵ, ਹੋਰ ਕਈ ਸੂਬਿਆਂ ਚ ਗਏ ਨੇ ਉਹ ਡਿਫੈਕਟਿਵ। ਕਿੱਥੋਂ ਪਰਚੇਜ਼ ਕਰ ਰਹੇ ਨੇ, ਕਿੰਨੇ ਦੇ ਪਰਚੇਜ਼ ਕਰ ਰਹੇ ਨੇ, ਕੀ ਹੋ ਰਿਹਾ ਹੈ? ਮੈਨੂੰ ਲੱਗਦਾ ਕਿ ਜਿਹੜੇ ਸਾਡੇ ਲੋਕ ਨੇ ਉਹਨਾਂ 'ਚ ਕੋਈ ਸ਼ਰਮ ਨਾਂ ਦੀ ਚੀਜ਼ ਹੀ ਨਹੀਂ ਰਹਿ ਗਈ। ਇਸ ਕ੍ਰਾਈਸਿਸ 'ਚ ਇਹੋ ਜਿਹੀ ਇੱਕ ਮਹਾਮਾਰੀ ਦੇ ਹੁੰਦਿਆਂ ਲੋਕ ਆਪਣੇ ਪੈਸੇ ਬਣਾਉਣ 'ਚ ਲੱਗੇ ਹੋਏ ਨੇ, ਆਪਣੇ ਢਿੱਡ ਭਰਨ 'ਚ ਲੱਗੇ ਹੋਏ ਨੇ, ਆਪਣੇ ਘਰ ਭਰਨ 'ਚ ਲੱਗੇ ਨੇ। ਕਿੱਥੇ ਕੀ ਕਰਨਗੇ ਇਸ ਪੈਸੇ ਦਾ ਮੈਨੂੰ ਸਮਝ ਨਹੀਂ ਪੈਂਦੀ। ਲੇਕਿਨ ਤੁਸੀਂ ਦੇਖੋ ਕਿ ਮਗਰਲੇ ਟਾਈਮ ਦੇ ਵਿੱਚ ਪੰਜਾਬ ਨੇ ਵੀ ਪਰਚੇਜ਼ ਕੀਤੇ ਨੇ ਆਪ ਵੈਂਟੀਲੇਟਰ, ਕੁਝ NGOs ਨੇ ਵੀ ਕੀਤੇ। ਸੇਮ NGOs ਨੇ ਜਦੋਂ ਪਰਚੇਜ਼ ਕੀਤੇ ਉਹ ਵੈਂਟੀਲੇਟਰ 7-7 ਲੱਖ ਦੇ, ਜਦੋਂ ਗਵਰਨਮੈਂਟ ਨੇ ਪਰਚੇਜ਼ ਕੀਤੇ ਸੇਮ ਵੈਂਟੀਲੇਟਰ ਸੇਮ ਕੰਪਨੀਆਂ ਦੇ 14-14 ਲੱਖ ਦੇ। ਤੁਸੀਂ ਅੰਦਾਜ਼ਾ ਲਾਓ ਲੁੱਟ ਕਿਸ ਹੱਦ ਤੱਕ ਕੇ ਤੁਸੀਂ PPE ਕਿੱਟਾਂ ਪੰਜਾਬ ਗਵਰਨਮੈਂਟ ਪਰਚੇਜ਼ ਕੀਤੀਆਂ ਡਬਲ ਪ੍ਰਾਈਸ ਤੇ, ਜਦੋਂ NGO ਪਰਚੇਜ਼ ਕਰ ਰਹੇ ਨੇ ਅੱਧੇ ਪ੍ਰਾਈਸ ਤੇ, ਗਵਰਨਮੈਂਟ ਡਬਲ ਪ੍ਰਾਈਸ ਤੇ। ਇਹ ਕਰ ਹੋ ਕੀ ਰਿਹਾ? ਮੈਨੂੰ ਸਮਝ ਇਹ ਨਹੀਂ ਪੈ ਰਹੀ ਕਿ ਇਹ ਲੋਕ ਕਰ ਕੀ ਰਹੇ ਨੇ, ਕੀ ਸੋਚ ਰਹੇ ਨੇ। ਇਸ ਪੈਸੇ ਦੇ ਨਾਲ ਤੁਸੀਂ ਜਿਹੜਾ ਇਹ ਪੈਸਾ ਗਰੀਬਾਂ ਦੇ ਉੱਤੇ ਖਰਚ ਹੋਣਾ ਚਾਹੀਦਾ ਹੈ, ਉਹਨਾਂ ਦੀਆਂ ਸਿਹਤ ਸੇਵਾਵਾਂ ਲਈ ਖਰਚ ਹੋਣਾ ਚਾਹੀਦਾ ਹੈ, ਉਹਨੂੰ ਲੁੱਟ ਕੇ ਲੋਕੀ ਕੀ ਕਰਨਗੇ? ਮੈਂ ਆਪ ਬੜਾ ਹੈਰਾਨ ਹਾਂ। ਔਰ ਤੁਸੀਂ ਦੇਖੋ ਕਿ ਸਾਡਾ ਢਾਂਚਾ ਕਿਸ ਪਾਸੇ ਜਾ ਰਿਹਾ ਹੈ, ਕੋਈ ਅਕਾਊਂਟੇਬਿਲਿਟੀ ਨਹੀਂ। ਚੀਫ ਮਿਨਿਸਟਰ ਤੋਂ ਲੈ ਕੇ ਥੱਲੇ ਤੱਕ ਤੁਸੀਂ ਜਿਹਨੂੰ ਮਰਜ਼ੀ ਕੰਪਲੇਂਟ ਕਰ ਦਿਓ, ਕੋਈ ਸੁਣਨ ਨੂੰ ਤਿਆਰ ਨਹੀਂ, ਕੋਈ ਕਿਸੇ ਅਰੇਂਜਮੈਂਟ ਲਈ ਤਿਆਰ ਨਹੀਂ। ਮੈਂ ਅਖਬਾਰਾਂ 'ਚ ਛਪਿਆ 2-3 ਦਿਨ ਪਹਿਲਾਂ, ਇੱਕ NGO ਹੈਗੀ ਹੈ SP ਸਿੰਘ ਉਬਰਾਏ ਦੀ, ਸਰਬਤ ਦਾ ਭਲਾ, ਉਹਨਾਂ ਨੇ ਪੰਜਾਬ ਗਵਰਨਮੈਂਟ ਨੂੰ ਕਿਹਾ ਜੀ ਤੁਸੀਂ 10 ਵੱਡੇ ਪਲਾਂਟ ਜਿਹੜੇ ਨੇ ਆਕਸੀਜਨ ਦੇ ਲਾ ਲਓ, ਪੰਜਾਬ 'ਚ ਕਿੱਲਤ ਹੈ, ਉਹਦੇ 50% ਪੈਸੇ ਅਸੀਂ ਦਾਂਗੇ, 50 ਤੁਸੀਂ ਲਾ ਲਓ। ਉਹਦੇ ਲਈ ਕੋਈ ਤਿਆਰ ਨਹੀਂ ਹੋ ਰਿਹਾ। ਉਹ ਕਹਿੰਦਾ ਜੀ ਮੈਂ 5 ਕਰੋੜ ਰੁਪਏ ਦੇ ਦੇਣਾ, 1 ਕਰੋੜ ਦਾ ਪਲਾਂਟ ਹੈਗਾ, 5 ਕਰੋੜ ਮੇਰੇ ਤੋਂ ਲੈ ਲਓ, 5 ਤੁਸੀਂ ਆਪਣਾ ਪਾਓ ਲਾ ਲਓ। ਉਹ ਤਿਆਰ ਨਹੀਂ ਹੈਗੇ ਉਹਦੇ 'ਚ, ਕਿਉਂਕਿ ਇਹਨਾਂ ਨੂੰ ਇਹ ਲੱਗਦਾ ਵੀ ਇਹਦੇ 'ਚ ਸਾਨੂੰ ਕੀ ਬਚੇਗਾ। ਪੰਜਾਬ ਗਵਰਨਮੈਂਟ ਜਿਹੜੀ ਹੁਣ ਕੰਸਨਟ੍ਰੇਟਰ ਜਿਹੜੇ ਹੈਗੇ ਨੇ ਉਹ ਪਰਚੇਜ਼ ਕਰਨ ਤੇ ਲੱਗੀ ਹੋਈ ਹੈ ਕਿ ਅਸੀਂ ਆਕਸੀਜਨ ਕੰਸਨਟ੍ਰੇਟਰ ਪਰਚੇਜ਼ ਕਰਾਂਗੇ, ਕਿਉਂਕਿ ਉਹਨਾਂ 'ਚ ਕੋਈ ਠੱਗੀ ਠੋਰੀ ਹੋਣੀ ਉਹਨਾਂ ਦੀ। ਮੈਨੂੰ ਜਿਹੜੀ ਜਿਸ ਗੱਲ ਤੇ ਸਾਨੂੰ ਅਫਸੋਸ, ਹੁਣ ਜਿਵੇਂ ਇਹ ਧਾਲੀਵਾਲ ਜੀ ਨੇ ਦੱਸਿਆ ਹੈਗਾ, ਤੁਸੀਂ ਦੇਖੋ ਪੰਜਾਬ ਦੇ ਪਿੰਡਾਂ ਦੇ ਵਿੱਚ ਕੀ ਹਾਲ ਹੋ ਰਿਹਾ ਹੈ। ਜਗਤਾਰ ਜੀ, ਉੱਥੇ ਕੋਈ ਟੈਸਟ ਹੀ ਨਹੀਂ ਕਰ ਰਿਹਾ। ਜਿਹੜਾ ਬੰਦਾ ਮਰ ਰਿਹਾ ਹੈਗਾ ਉਹਦਾ ਵੀ ਟੈਸਟ ਨਹੀਂ ਹੋ ਰਿਹਾ। ਕਿਸੇ ਨੂੰ ਪਤਾ ਹੀ ਨਹੀਂ ਕਿ ਕਿਵੇਂ ਮਰ ਰਿਹਾ, ਕਿਉਂ ਮਰ ਰਿਹਾ, ਭਾਵੇਂ ਉਹ ਸਾਰੇ ਕਰੋਨਾ ਨਾਲ ਮਰ ਰਹੇ ਨੇ। ਪਿੰਡਾਂ 'ਚ ਕੋਈ ਟੈਸਟ ਕਰਨ ਜਾ ਹੀ ਨਹੀਂ ਰਿਹਾ ਹੈਗਾ, ਕੋਈ ਉਹਨਾਂ ਨੂੰ ਦਵਾਈ ਦੇਣ ਨਹੀਂ ਜਾ ਰਿਹਾ। ਜਿਹੜਾ ਅਸੀਂ ਬਹੁਤ ਰੌਲਾ ਪਾਇਆ ਸੀ ਕਿ ਫਤਿਹ ਕਿੱਟਾਂ ਵੰਡਤੀਆਂ, ਫਤਿਹ ਕਿੱਟਾਂ, ਉਹ ਫਤਿਹ ਕਿੱਟ ਹੈ ਹੀ ਕੋਈ ਨਹੀਂ। ਤੁਸੀਂ ਜਾ ਕੇ ਪਤਾ ਕਰੋ, ਕਿਸੇ ਹਸਪੀਟਲ ਦੇ ਕੋਲ ਕੋਈ ਫਤਿਹ ਕਿੱਟ ਨਹੀਂ ਹੈਗੀ। ਉਹ ਆਕਸੀਮੀਟਰ ਜਿਹੜੇ ਨੇ ਪੰਜਾਬ ਗਵਰਨਮੈਂਟ और कमल जी अखबार ਤੇ ਇਲੈਕਟ੍ਰੋਨਿਕ ਮੀਡੀਆ 'ਚ ਇਸ਼ਤਿਹਾਰ ਤੱਕ ਹੀ ਸੀਮਿਤ ਹੈ, ਐਡ ਬਹੁਤ ਰੰਗ ਬਿਰੰਗੀ ਆ ਰਹੀ ਹੈ। ਬਿਲਕੁਲ, ਮੈਨੂੰ ਲੱਗਦਾ ਹੈ ਕਿ ਜਿਹੜੀ ਸਾਰਾ ਟਾਈਮ ਜਿਹੜਾ ਲੋਕਾਂ ਦਾ, ਸਿਆਸਤਦਾਨਾਂ ਦਾ ਸਾਰਾ ਪੈਸਾ, ਸਾਰੇ ਸਾਧਨ ਜਿਹੜੇ ਨੇ ਉਹ ਆਪਣੀ ਇਮੇਜ ਬਿਲਡਿੰਗ ਦੇ ਉੱਤੇ ਨੇ। ਉਸ ਕੰਮ ਲਈ ਤਾਂ ਜਿੰਨੇ ਮਰਜ਼ੀ ਪੈਸੇ ਸਰਕਾਰ ਦੇ ਖਰਚਾ ਲਓ ਆਪਣੀ ਇਮੇਜ ਬਿਲਡਿੰਗ ਲਈ, ਲੇਕਿਨ ਲੋਕਾਂ ਦੀਆਂ ਲੋੜਾਂ ਲਈ ਪੈਸੇ ਖਰਚਣ ਨੂੰ ਤਿਆਰ ਨਹੀਂ। ਆਕਸੀਜਨ ਲਈ ਪੈਸੇ ਦੇਣ ਨੂੰ ਗਵਰਨਮੈਂਟ ਤਿਆਰ ਨਹੀਂ ਹੈਗੀ, ਆਕਸੀਮੀਟਰਾਂ ਲਈ ਪੈਸੇ ਦੇਣ ਨੂੰ ਤਿਆਰ ਨਹੀਂ। ਦਵਾਈਆਂ ਹਸਪੀਟਲਾਂ 'ਚ ਕੋਈ ਨਹੀਂ ਹੈਗੀਆਂ। NGOs ਦਵਾਈਆਂ ਸਪਲਾਈ ਕਰ ਰਹੀਆਂ ਗਵਰਨਮੈਂਟ ਦੇ ਹਸਪੀਟਲਾਂ ਨੂੰ। ਤੁਸੀਂ ਦੇਖੋ, ਜੇ PGI ਵਰਗਾ ਹਸਪੀਟਲ ਜਿਹੜਾ ਹਿੰਦੁਸਤਾਨ ਦਾ ਇੱਕ ਨਾਮਵਰ ਹਸਪੀਟਲ ਹੈ, ਜੇ ਉਹ ਇੱਕ ਸਰਬਤ ਦਾ ਭਲਾ ਕੋਲੋਂ ਹਰ ਮਹੀਨੇ ਹਰ ਹਫ਼ਤੇ ਦਵਾਈਆਂ ਵੀ ਮੰਗ ਰਿਹਾ ਹੈ, ਉਹਨਾਂ ਕੋਲੋਂ PPE ਕਿੱਟਾਂ ਵੀ ਮੰਗ ਰਿਹਾ ਹੈ, ਉਹਨਾਂ ਕੋਲੋਂ ਮਾਸਕ ਵੀ ਮੰਗ ਰਿਹਾ, ਕਿਉਂਕਿ ਗਵਰਨਮੈਂਟ ਉਹਨਾਂ ਨੂੰ ਸਪਲਾਈ ਨਹੀਂ ਕਰ ਰਹੀ ਪੂਰੀਆਂ। ਤੇ ਤੁਸੀਂ ਆਪਣੇ ਸਿਹਤ ਢਾਂਚੇ ਦਾ ਹਾਲ ਦੇਖੋ ਕਿ ਕੀ ਹੈਗਾ ਹੈ ਕਿ ਅਸੀਂ ਆਪਣੇ ਮੁਲਕ ਨੂੰ, ਅਸੀਂ ਇੱਕ ਲੋਕ ਜਿਹੜੀ ਬੇਸਿਕ ਚੀਜ਼ ਹੈ, ਜਿਹੜੀ ਸਿਹਤ ਢਾਂਚਾ, ਉਹ ਵੀ ਨਹੀਂ ਦੇ ਸਕੇ। 70-75 ਸਾਲ ਦੇ ਸੀ ਆਜ਼ਾਦੀ ਦੇ ਸਾਲਾਂ 'ਚ ਅਸੀਂ ਕੀ ਕੀਤਾ ਹੈਗਾ ਜੀ। ਥੈਂਕ ਯੂ। ਮੈਂ ਇੱਕ ਨਿੱਕੀ ਜਿਹੀ ਤੁਹਾਨੂੰ ਗੱਲ ਹੋਰ ਦੱਸਣੀ ਚਾਹੁੰਦਾ, ਜਿਹੜੀ ਮੇਰੇ ਖਿਆਲ ਸਾਡੇ ਦਰਸ਼ਕਾਂ ਲਈ ਇੰਟਰਸਟਿੰਗ ਹੋਏਗੀ। ਪੰਜਾਬ ਦੇ ਵਿੱਚ ਹੁਣ ਤੱਕ 70 ਸਾਲ 'ਚ ਜਿੰਨੀਆਂ ਸਰਕਾਰਾਂ ਆਈਆਂ, ਉਹ ਪਾਈਪਡ ਆਕਸੀਜਨ ਹਸਪੀਟਲਾਂ 'ਚ ਨਹੀਂ ਦੇ ਸਕੇ। ਪੰਜਾਬ ਦੇ ਕਿਸੇ ਸਰਕਾਰੀ ਹਸਪੀਟਲ 'ਚ ਪਾਈਪਡ ਆਕਸੀਜਨ ਨਹੀਂ ਸੀ ਹੈਗੀ ਅੱਜ ਤੱਕ। ਹੁਣ ਗਵਰਨਮੈਂਟ ਸੋਚ ਰਹੀ ਅੱਜ ਦੀ ਡੇਟ ਕਿ ਅਸੀਂ ਪਾਈਪਡ ਆਕਸੀਜਨ ਦਈਏ। ਤੁਸੀਂ ਇਹ ਤੋਂ ਅੰਦਾਜ਼ਾ ਲਾਓ ਹਸਪੀਟਲ ਦਾ ਹਾਲ ਕੀ ਹੈਗਾ।
ਬਿਲਕੁਲ ਠੀਕ। ਪ੍ਰਾਸ਼ੀ ਜੀ, ਇਹੋ ਸਵਾਲ ਕੋਰੋਨਾ ਮਹਾਮਾਰੀ ਦੇ ਚੱਲਦਿਆਂ ਜਿੱਥੇ ਜਿਹੜਾ ਹੈਗਾ ਮਾਨਵਤਾ ਸ਼ਰਮਸਾਰ ਹੋ ਰਹੀ ਹੈ, ਲੁੱਟ ਖਸੁੱਟ ਨੂੰ ਦੇਖ ਕੇ ਕਿਸ ਤਰੀਕੇ ਨਾਲ ਲੁੱਟ ਮਚਾਈ ਹੋਈ ਹੈ, ਦੂਜੇ ਪਾਸੇ ਜਿਹੜਾ ਸਿਸਟਮ ਹੈ ਕਿਸ ਤਰੀਕੇ ਨਾਲ ਚਰਮਰਾ ਗਿਆ ਇਸ ਬਿਮਾਰੀ ਦੇ ਟਾਕਰੇ ਲਈ ਮੀਡੀਆ 'ਚ ਬਹੁਤ ਵੱਡੇ ਵੱਡੇ ਦਾਅਵੇ ਹੋ ਰਹੇ ਹੈ। ਜੀ ਪ੍ਰਾਸ਼ੀ ਜੀ। ਸਾਡੇ ਜਿਹੜੀ ਸਥਿਤੀ ਰੁਪਿੰਦਰ ਜੀ ਨੇ ਦੱਸੀ ਹੈ ਕਿ ਪਿੰਡਾਂ ਦੇ ਵਿੱਚ ਕੀ ਹਾਲ ਹੈ, ਉਹ ਸੁਣ ਕੇ ਤਾਂ ਬੰਦੇ ਦੇ ਰੋਂਗਟੇ ਖੜੇ ਹੋ ਜਾਂਦੇ ਹੈ। ਤੁਸੀਂ ਦੇਖੋ ਸ਼ਹਿਰਾਂ ਵਿੱਚ ਵੀ ਇਹ ਮਹਾਮਾਰੀ ਹੈ, ਲੇਕਿਨ ਉੱਥੇ ਕਮ ਸੇ ਕਮ ਇੰਨਾ ਹੈ ਕਿ ਬੇਸਿਕ ਇਨਫਰਾਸਟ੍ਰਕਚਰ ਅਵੇਲੇਬਲ ਹੈ। ਲੋਕਾਂ ਨੂੰ ਪਤਾ ਹੁੰਦਾ ਕਿ ਜੇ ਬਿਮਾਰ ਹੈ ਤਾਂ ਹਸਪਤਾਲ ਦੇ ਵਿੱਚ ਜਾਈਏ ਜਾਂ ਫਲਾਣੀ ਡਿਸਪੈਂਸਰੀ ਵਿੱਚ ਜਾਈਏ। ਪਿੰਡਾਂ ਦੇ ਵਿੱਚ ਇਹ ਜਿਹੜੀਆਂ ਬੇਸਿਕ ਸਹੂਲਤਾਂ ਹੈ ਇਹ ਉਪਲਬਧ ਨਹੀਂ ਹੈ। ਉਹ ਵਿਚਾਰੇ ਨਾ ਹੀ ਉਹ ਜਿਸ ਤਰ੍ਹਾਂ ਕੋਈ ਦੱਸਿਆ ਕਿ ਇਹਦੇ ਇੰਨੇ ਐਜੂਕੇਟਡ ਹੈ ਕਿ ਉਹ ਬਿਮਾਰੀ ਦੇ ਲੱਛਣ ਪੜ੍ਹ ਕੇ ਦੱਸ ਦੇਣ ਕਿ ਇਹਨੂੰ ਅਗਰ ਕੋਵਿਡ ਹੈ ਫਲਾਣਾ ਪ੍ਰੋਟੋਕਾਲ ਫੋਲੋ ਕਰ, ਉਹ ਨਹੀਂ ਕਰ ਰਹੇ। ਮੈਂ ਸਮਝਦਾ ਹਾਂ ਕਿ ਇਹ ਨਾਲ ਬੜਾ ਭਾਰੀ ਮੋਨੂਮੈਂਟਲ ਫੇਲਰ ਹੈ ਸਰਕਾਰ ਦਾ, ਚਾਹੇ ਉਹ ਕੇਂਦਰ ਦੀ ਹੋਵੇ ਉਹ ਚਾਹੇ ਉਹ ਪੰਜਾਬ ਦੀ ਹੋਵੇ। ਜਿਸ ਵੇਲੇ ਕਰੋਨਾ ਦੀ ਪਹਿਲੀ ਵੇਵ ਆਈ ਤਾਂ ਉਸ ਵੇਲੇ ਇਹਨਾਂ ਨੇ ਲਾਕਡਾਊਨ ਕਰਕੇ ਜੋ ਦੇਸ਼ ਦੀ ਅਰਥ ਵਿਵਸਥਾ ਨੂੰ ਨੁਕਸਾਨ ਪਹੁੰਚਾਇਆ ਉਹ ਆਪਾਂ ਦੇ ਸਾਰੇ ਸਾਹਮਣੇ ਹੈ, ਉਹ ਇੱਥੇ ਬਿਆਨ ਕਰਨ ਦੀ ਲੋੜ ਨਹੀਂ। ਮੇਰਾ ਖਿਆਲ ਹੈ ਕਿ ਉਸੇ ਗੱਲ ਤੋਂ ਡਰਦੇ ਹੋਏ ਇਹ ਹੁਣ ਦੁਬਾਰਾ ਨੇਸ਼ਨ ਵਾਈਡ ਲਾਕਡਾਊਨ ਕਰਨ ਤੋਂ ਪਰਹੇਜ਼ ਕਰ ਰਹੇ ਹੈ। ਹਾਲਾਂਕਿ ਐਕਸਪਰਟ ਬਾਰ-ਬਾਰ ਇਹੀ ਕਹਿ ਰਿਹਾ ਹੈ ਕਿ ਇੱਕ ਨੇਸ਼ਨ ਵਾਈਡ ਲਾਕਡਾਊਨ ਕਰੋ ਤਾਂ ਹੀ ਇਹ ਕਰੋਨਾ ਦੀ ਚੇਨ ਟੁੱਟੇਗੀ। ਤੁਸੀਂ ਦੇਖੋ ਕਿ ਵਾਈਟ ਹਾਊਸ ਦਾ ਜਿਹੜਾ ਐਡਵਾਈਜ਼ਰ ਹੈ ਮੈਡੀਕਲ ਡਾਕਟਰ ਫੌਸੀ, ਜਿਹੜਾ ਇਹ ਜੋ ਬਾਈਡਨ ਦੇ ਨਾਲ ਹੈ, ਉਹਨੇ ਵੀ ਅੱਜ ਵੀ ਉਹਦਾ ਬਿਆਨ ਛਪਿਆ, ਪਹਿਲੇ ਵੀ ਆ ਚੁੱਕਾ ਹੈ ਕਿ ਇਮੀਡੀਏਟਲੀ ਇੰਡੀਆ ਦੇ ਵਿੱਚ ਨੇਸ਼ਨ ਵਾਈਡ ਲਾਕਡਾਊਨ ਲੱਗਣਾ ਚਾਹੀਦਾ ਹੈ ਤਾਂ ਹੀ ਇਹ ਚੇਨ ਟੁੱਟੇਗੀ, ਅਦਰਵਾਈਜ਼ ਇੱਦਾਂ ਵੱਧਦੀ ਰਹਿਣੀ ਹੈ। ਔਰ ਹੁਣ ਕਿਉਂਕਿ ਦੇਖੋ ਸ਼ਹਿਰਾਂ ਤੋਂ ਵੱਧਦੇ ਪਿੰਡਾਂ 'ਚ ਪਹੁੰਚ ਗਈ ਹੈ। ਤੁਸੀਂ ਦੇਖ ਰਹੇ ਹੋ ਕੀ ਹਾਲ ਹੈ ਕਿ ਪਿੰਡਾਂ ਦੇ ਵਿੱਚ ਲੋਕੀ ਹੁਣ ਲਾਸ਼ਾਂ ਜਿਹੜੀਆਂ ਹੈ ਨਦੀਆਂ ਨਾਲਿਆਂ ਦੇ ਵਿੱਚ ਬਹਾਉਣ ਲੱਗ ਪਏ। ਰੋਜ਼ ਲਾਸ਼ਾਂ ਜਿਹੜੀਆਂ ਹੈ ਗੰਗਾ ਦੇ ਵਿੱਚ ਲੱਭ ਰਹੀਆਂ, ਕੋਈ ਕਿਤੋਂ ਆ ਰਹੀ ਹੈ ਕੋਈ ਕਿਤੇ ਆ ਰਿਹਾ ਹੈ, ਕਿਉਂਕਿ ਕ੍ਰਿਮੇਸ਼ਨ ਗਰਾਊਂਡ ਦੇ ਵਿੱਚ ਲੱਕੜਾਂ ਮੁੱਕ ਗਈਆਂ। ਜਿਹੜਾ ਸਟਾਫ ਹੈ ਜਿਹੜਾ ਸੰਸਕਾਰ ਕਰਦਾ ਹੈ ਉਹ ਪਰੇਸ਼ਾਨ ਹੈ, ਉਹ ਕਹਿੰਦੇ ਸਾਡਾ ਕੰਮ ਤੁਸੀਂ ਵੈਕਸੀਨ ਲਵਾ ਲਓ। ਕ੍ਰਾਈਸਿਸ ਦੇਖੋ ਕਿੰਨਾ ਵੱਡਾ ਹੈ। ਇੱਕ ਪਾਸੇ ਕੋਰੋਨਾ ਦੇ ਇਲਾਜ ਲਈ ਜਿਹੜੀ ਹੈ ਦਵਾਈਆਂ ਉਪਲਬਧ ਨਹੀਂ ਹੈ, ਹਸਪਤਾਲ ਉਪਲਬਧ ਨਹੀਂ ਹੈ, ਆਕਸੀਜਨ ਨਹੀਂ ਹੈ, ਡਾਕਟਰ ਤੇ ਨਰਸਾਂ ਥੱਕੇ ਪਏ ਹੈ, ਔਰ ਦੂਜੇ ਪਾਸੇ ਕੋਰੋਨਾ ਨੂੰ ਪ੍ਰੀਵੈਂਟ ਕਰਨ ਲਈ ਵੈਕਸੀਨ ਨਹੀਂ ਹੈ। ਤੁਸੀਂ ਇਹ ਦੇਖੋ ਕਿ ਸਰਕਾਰ ਨੇ ਅਨਾਉਂਸ ਤਾਂ ਕਰਤਾ ਕਿ ਜੀ ਹੁਣ ਤਾਂ ਜੀ 18-45 ਤੱਕ ਵੀ ਲਾਵਾਂਗੇ, ਉਹ ਬਾਈ ਵੈਕਸੀਨ ਦਿਓ, ਵੈਕਸੀਨ ਹੀ ਹੈ ਨਹੀਂ ਜੀ। ਆਉਣੀ ਕਿੱਥੋਂ? ਬਿਲਕੁਲ ਠੀਕ। ਚੰਡੀਗੜ੍ਹ 'ਚ ਹੁਣ ਬੜੇ ਢੋਲ ਧਮਾਕੇ ਨਾਲ ਅਨਾਉਂਸ ਕੀਤਾ ਹੈ ਕਿ ਅਸੀਂ ਕੱਲ੍ਹ ਸ਼ੁਰੂ ਕਰ ਰਹੇ ਹਾਂ, ਲੇਕਿਨ ਵੈਕਸੀਨ ਕਿਹਨੂੰ ਨਹੀਂ ਲੱਗੇਗੀ ਜੀ? 1000 ਬੰਦੇ ਨੂੰ ਲੱਗੇਗੀ, ਜਿਹੜਾ ਬਾਕੀ ਜਿਹੜੀ ਪਾਪੂਲੇਸ਼ਨ ਉਹ ਕਿੱਥੇ ਜਾਏਗੀ? ਕਹਿਣ ਦਾ ਮਤਲਬ ਹੈ ਕਿ ਓਵਰਆਲ ਜਿੰਨੀ ਭਾਰਾ ਫੇਲਰ ਜਿਹੜਾ ਹੋਇਆ ਹੈ, ਮੈਂ ਕਹਿੰਦਾ ਕਿਤੇ ਹੋਰ ਕਿਤੇ ਮੁਲਕ ਵਿੱਚ ਇਹੋ ਜਿਹੀ ਇਹ ਸਥਿਤੀ ਹੁੰਦੀ ਤਾਂ ਲੋਕਾਂ ਨੇ ਸੜਕਾਂ ਤੇ ਆ ਜਾਣਾ ਸੀ। ਲੇਕਿਨ ਮਹਾਮਾਰੀ ਇੰਨੀ ਹੈ ਕਿ ਵਿਚਾਰੇ ਕਿਸਮਤ ਦੇ ਮਾਰੇ ਔਰ ਬਿਮਾਰੀ ਦੇ ਮਾਰੇ ਜਾਣ ਤਾਂ ਕਿੱਥੇ ਜਾਣ। ਇਹਦੇ ਲਈ ਹੈ ਕਿ ਲੋਕੀ ਘਰੋਂ ਘਰੀ ਬਹਿ ਕੇ ਇਹਨੂੰ ਸਥਿਤੀ ਨੂੰ ਕਿਸੇ ਤਰ੍ਹਾਂ ਟਾਲਣ। ਉਸ ਤੋਂ ਬਾਅਦ ਜਦੋਂ ਥਰਡ ਵੇਵ ਆਏਗੀ ਤਾਂ ਹੋਪਫੁਲੀ ਸਰਕਾਰ ਤੇ ਲੋਕੀ ਉਹਦੇ ਲਈ ਪੂਰੀ ਤਿਆਰੀ ਕਰਨਗੇ। ਲੇਕਿਨ ਇਹ ਜੋ ਸਥਿਤੀ ਹੈ ਮੈਂ ਕਹਿੰਦਾ ਬਹੁਤ ਹੀ ਸ਼ਰਮਨਾਕ, ਬਹੁਤ ਹੀ ਦਯਨ ਹੈ। ਔਰ ਇਹਦੇ ਵਿੱਚ ਲੋਕਾਂ ਦੀ ਮੋਰੈਲਿਟੀ ਵੀ ਦੇਖੋ ਬਿਲਕੁਲ ਖਤਮ ਹੈ। ਹਰ ਤਰ੍ਹਾਂ ਹਰ ਕੋਈ ਚਾਹ ਰਿਹਾ, ਚਾਹੇ ਕੈਮਿਸਟ ਹੋਵੇ, ਡਾਕਟਰ ਹੋਵੇ, ਹਸਪਤਾਲ ਹੋਵੇ, ਇਵਨ ਐਂਬੂਲੈਂਸ ਹੋਗਾ। ਤੁਸੀਂ ਇਹ ਹੈਰਾਨ ਹੋ ਗਏ ਜਗਤਾਰ ਜੀ ਕਿ ਮੇਰਾ ਇੱਕ ਨਜ਼ਦੀਕੀ ਬੰਦਾ, ਮੇਰਾ ਗੁਆਂਢੀ, ਉਹ ਕਹਿੰਦਾ ਮੇਰਾ ਰਿਸ਼ਤੇਦਾਰ ਦਿੱਲੀ ਬਿਮਾਰ ਹੋ ਗਿਆ ਤਾਂ ਉਹਨੂੰ ਐਂਬੂਲੈਂਸ 'ਚ ਪਾ ਕੇ ਅਸੀਂ ਚੰਡੀਗੜ੍ਹ ਲੈ ਕੇ ਆਏ ਹਾਂ। ਐਂਬੂਲੈਂਸ ਵਾਲੇ ਨੇ ਸਾਡੇ ਕੋਲ 1.5 ਲੱਖ ਰੁਪਇਆ ਰਖਵਾਇਆ ਜੀ, 1.5 ਲੱਖ ਦਿਓ ਤਾਂ ਮੈਂ ਗੱਡੀ 'ਚ ਬੈਠਣ ਦਊਂਗਾ। ਜੀ ਪ੍ਰਾਸ਼ੀ ਜੀ, ਬਿਲਕੁਲ ਮਾਨਤਾ ਸ਼ਰਮਸਾਰ ਪ੍ਰਾਸ਼ੀ ਜੀ। ਦਾਖਲ ਕਰਾਇਆ, ਹਸਪਤਾਲ 'ਚ ਦਾਖਲ ਆਇਆ, ਅਗਲੇ ਦਿਨ ਉਹਦੇ ਗਰੀਬ ਦੀ ਮੌਤ ਆ ਗਈ। ਤੁਸੀਂ ਇਹ ਦੇਖੋ ਬਿਲਕੁਲ ਬਹੁਤ ਅਫਸੋਸਨਾਕ ਮੰਦਭਾਗੀਆਂ ਘਟਨਾਵਾਂ ਪ੍ਰਾਸ਼ੀ ਜੀ। ਇਹੋ ਜਿਹੇ ਸਟੇਸ਼ਨ ਦੇ ਵਿੱਚ ਵੀ ਪੈਸੇ ਬਣਾਉਣ ਤੋਂ ਹਟਦੇ ਨਹੀਂ, ਪਤਾ ਨਹੀਂ ਲੋਕਾਂ ਦੇ। ਬਿਲਕੁਲ, ਥੈਂਕ ਯੂ ਪ੍ਰਾਸ਼ੀ ਜੀ, ਬਿਲਕੁਲ ਬਹੁਤ ਮੰਦਭਾਗੀਆਂ ਘਟਨਾਵਾਂ। ਜਸਪਾਲ ਜੀ, ਤੁਸੀਂ ਮਾਲਵੇ ਦੇ ਖਿੱਤੇ ਨਾਲ ਸੰਬੰਧ ਰੱਖਦੇ ਹੋ, ਜ਼ਮੀਨੀ ਹਕੀਕਤਾਂ ਨਾਲ ਜੁੜੇ ਹੋ। ਕੋਰੋਨਾ ਮਹਾਮਾਰੀ ਦੇ ਚੱਲਦਿਆਂ ਇੱਕ ਪਾਸੇ ਸਰਕਾਰ ਦੀਆਂ ਦਾਅਵੇਦਾਰੀਆਂ, ਦੂਜੇ ਪਾਸੇ ਜ਼ਮੀਨੀ ਹਕੀਕਤਾਂ, ਕੀ ਕਹੋਗੇ? ਸਰਕਾਰ ਦੀਆਂ ਦਾਅਵੇਦਾਰੀਆਂ ਤਾਂ ਉਦੋਂ ਖਤਮ ਹੋ ਜਾਂਦੀਆਂ ਨੇ ਜਦੋਂ ਸਰਕਾਰ ਨੇ ਅੱਖਾਂ ਮੀਟ ਲੀਆਂ। ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ। ਤੁਸੀਂ ਮੈਨੂੰ ਦੱਸੋ ਕਿ 382 ਵੈਂਟੀਲੇਟਰ ਆਏ ਸੀ ਪਿਛਲੇ ਸਾਲ ਪੰਜਾਬ ਦੇ ਵਿੱਚ, ਤਿੰਨੇ ਮੈਡੀਕਲ ਕਾਲਜਾਂ ਵਾਸਤੇ।
ਤਾਂ ਮੈਡੀਕਲ ਸਿੱਖਿਆ ਮੰਤਰੀ ਬੈਠਾ ਕਾਹਦੇ ਵਾਸਤੇ ਹੈਗਾ? 382 ਚੋਂ 120 ਫਰੀਦਕੋਟ ਗਏ ਜੀ, ਜਿਹਦੇ 73 ਕੰਮ ਨਹੀਂ ਕਰਦੇ ਨਵੇਂ। ਔਰ ਸਭ ਤੋਂ ਜਿਹੜੀ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਪੰਜਾਬ ਕੋਲੇ ਵੈਂਟੀਲੇਟਰ ਚਲਾਉਣ ਵਾਲਾ ਇੱਕ ਵੀ ਟੈਕਨੀਸ਼ੀਅਨ ਨਹੀਂ, ਜਦਕਿ ਹਰੇਕ ਮੈਡੀਕਲ ਕਾਲਜ ਦੇ ਵਿੱਚ ਇੱਕ ਟੈਕਨੀਸ਼ੀਅਨ ਚਾਹੀਦਾ ਹੈ। ਇਹ ਨਹੀਂ ਹੈ ਕਿ ਜਿਹੜਾ ਅੱਜ ਇੱਥੇ ਫਰੀਦਕੋਟ ਕਰੇ, ਕੱਲ੍ਹ ਨੂੰ ਪਟਿਆਲੇ ਆਵੇ, ਪਰਸੋਂ ਅੰਮ੍ਰਿਤਸਰ ਦੇ ਵਿੱਚ ਜਾਵੇ। ਅਸੀਂ ਸਲਾਹਕਾਰਾਂ ਦੀ ਫੌਜ ਦਾ 3500 ਭਰਤੀ ਕਰ ਲਈ, ਕੀ 3 ਟੈਕਨੀਸ਼ੀਅਨ ਨਹੀਂ 3 ਮੈਡੀਕਲ ਕਾਲਜਾਂ 'ਚ ਦਿੱਤੇ ਜਾ ਸਕਦੇ ਸੀ? ਜੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਪਣੇ ਪੁਰਖਿਆਂ ਦੇ ਨਾਂ ਤੇ ਬਣਿਆ ਰਜਿੰਦਰਾ ਹਸਪੀਟਲ ਦੇ ਵਿੱਚ ਪਿਛਲੇ 16 ਸਾਲ ਤੋਂ ਜਿਹਦਾ ਨੀਂਹ ਪੱਥਰ 2006 'ਚ ਖੁਦ ਮੁੱਖ ਮੰਤਰੀ ਨੇ ਰੱਖਿਆ ਸੀ, ਟਰੋਮਾ ਕੇਅਰ ਸੈਂਟਰ ਹੀ ਨਹੀਂ ਬਣ ਸਕਿਆ, ਤੇ ਤੁਸੀਂ ਹੋਰ ਕੀ ਕਰੋਗੇ? ਆ ਲਾਸਟ ਈਅਰ ਦੇ ਵਿੱਚ ਜਾ ਕੇ ਫੰਡ ਦਿੱਤਾ ਹੈਗਾ, 4 ਸਾਲ ਉਹਨੂੰ ਫੰਡ ਹੀ ਨਹੀਂ ਦਿੱਤਾ। ਇੱਕ ਗੱਲ ਹੁਣ ਆਪਾਂ ਗੱਲ ਕੀਤੀ ਸਰਬੱਤ ਦਾ ਭਲਾ ਟਰੱਸਟ SP ਸਿੰਘ ਬਰਾਏ ਦੀ। SP ਸਿੰਘ ਬਰਾਏ ਨੇ ਪਟਿਆਲੇ ਦੇ ਵਿੱਚ ਫੱਗਣ ਮਾਜਰਾ ਪਿੰਡ ਦੇ ਵਿੱਚ ਜੋ ਸਰਹੰਦ ਰੋਡ ਤੇ ਹੈ, ਇੱਥੇ ਇੱਕ ਮਲਟੀ ਸਪੈਸ਼ਲਟੀ ਹਸਪਤਾਲ ਬਣਾਉਣ ਲਈ ਐਲਾਨ ਕੀਤਾ ਕਿ ਮੈਂ ਬਣਾਵਾਂਗਾ, ਕਿ ਜਿਹੜਾ ਡਾਇਲਸਿਸ 1500 ਰੁਪਏ ਦੇ ਵਿੱਚ ਹੁੰਦਾ ਮੈਂ 500 ਚ ਕਰਾਂਗਾ। ਅਫਸੋਸ ਨਾਲ ਕਹਿਣਾ ਪੈ ਰਿਹਾ, ਨਾ ਮੁੱਖ ਮੰਤਰੀ ਨੇ ਨਾ ਉਸ ਵੇਲੇ ਦੇ ਜਿਹੜਾ ਮੈਡੀਕਲ ਸਿੱਖਿਆ ਮੰਤਰੀ ਸੀ ਇਸੇ ਜ਼ਿਲ੍ਹੇ ਨਾਲ ਸੰਬੰਧਿਤ ਹੈ, ਉਹਨਾਂ ਨੇ ਉਹਨੂੰ ਮਨਜ਼ੂਰੀ ਨਹੀਂ ਦਿੱਤੀ। ਕਿਉਂ? ਕਿ ਜਿਹੜੇ 4-5 ਇੱਥੇ ਪ੍ਰਾਈਵੇਟ ਹਸਪਤਾਲ ਨੇ ਉਹਨਾਂ ਦਾ ਕਿਤੇ ਤੋਰੀ ਫੁਲਕਾ ਬੰਦ ਨਾ ਹੋ ਜਾਵੇ। ਇੱਕ ਗੱਲ ਹੋਰ ਕਿ ਜਿਹੜਾ ਅੱਜ ਦੇ ਅਖਬਾਰ ਦੇ ਵਿੱਚ ਬਹੁਤ ਵੱਡੀ ਪੱਧਰ ਤੇ ਖਬਰ ਛਪੀ ਹੈ ਹਿੰਦੀ ਦੇ ਅਖਬਾਰ ਦੇ ਵਿੱਚ, ਕਿ ਜਿਹੜੇ ਸਾਊਥ ਦੇ ਦੱਖਣ ਦੇ ਰਾਜ ਨੇ ਕੇਰਲਾ, ਆਂਧਰਾ, ਕਰਨਾਟਕਾ, ਤੇਲੰਗਾਨਾ ਤੇ ਤਾਮਿਲਨਾਡੂ, ਇਹਨਾਂ ਨੇ ਟੈਸਟਿੰਗ, ਜਿਹੜੀ ਨਰਿੰਦਰ ਹੋਰਾਂ ਨੇ ਗੱਲ ਕੀਤੀ ਸੀ ਨਾ ਕਿ ਇਹਨਾਂ ਨੇ ਟੈਸਟਿੰਗ ਆਪਣੀ ਜਿਹੜੀ ਹੈ ਉਹ 20 ਗੁਣਾ, ਕਿਤੇ 15 ਗੁਣਾ, ਕਿਤੇ 38 ਗੁਣਾ, ਕਿਤੇ 35 ਗੁਣਾ ਤੱਕ ਲੈ ਗਏ ਨੇ। ਪੰਜਾਬ, ਹਰਿਆਣਾ, ਯੂਪੀ, ਇਹਦੇ ਵਿੱਚ ਜਿਹੜੀ ਟੈਸਟਿੰਗ ਆ 3 ਰਾਜਾਂ ਦੇ ਵਿੱਚ ਇਹ ਮਸਾਂ ਅਜੇ 1.5 ਜਾਂ 2.5 ਗੁਣਾ ਦੇ ਵਿਚਾਲੇ ਜੇ ਤੁਰੀ ਫਿਰਦੀ ਹੈ। ਕਿੰਨੀ ਇਹ ਕੰਮ ਤਾਂ ਅਸੀਂ ਕਰਨੇ ਸੀ ਨਾ, ਇਹ ਕੰਮ ਤਾਂ ਅਸੀਂ ਕਰਨੇ ਸੀ ਨਾ। ਕੇਂਦਰ ਸਰਕਾਰ ਨੇ ਇਹਨਾਂ ਨੂੰ ਵੈਂਟੀਲੇਟਰ ਦੇਤੇ, ਹੁਣ ਤੱਕ ਉਹ ਵੈਂਟੀਲੇਟਰ ਬਿਲਕੁਲ ਡੱਬਿਆਂ ਦੇ ਵਿੱਚ ਪੈਕ ਪਏ ਰਹੇ, ਕਿਸੇ ਨੇ ਚੈੱਕ ਹੀ ਨਹੀਂ ਕੀਤੇ। ਜਦੋਂ ਤੁਹਾਡੇ ਕੋਲ ਆਈ ਆ ਪਹਿਲੇ ਦਿਨ ਤਾਂ ਜਦੋਂ ਤੁਹਾਨੂੰ ਇਹ ਖੇਪ ਜਿਹੜੀ ਆ ਹੈਂਡਓਵਰ ਹੋਈ ਸੀ, ਇਹ ਉਦੋਂ ਹੀ ਚੈੱਕ ਕਰਾਉਂਦੇ ਉਹਨਾਂ ਨੂੰ ਕਿ ਕੀ ਇਹ ਕੰਮ ਕਰਦੇ ਆ ਕਿ ਨਹੀਂ ਕਰਦੇ ਆ, ਨਹੀਂ ਉਹਨਾਂ ਨੂੰ ਵਾਪਸ ਭੇਜਿਆ ਜਾਂਦਾ। ਜਦੋਂ ਮਨੁੱਖਤਾ ਸ਼ਰਮਸਾਰ ਹੋ ਜੇ ਤਬੂਤਾਂ ਚੋਂ ਪੈਸੇ ਖਾ ਗਏ ਹੋਣ, ਉਹੇ ਜੇ ਮੁਲਕ ਦੇ ਵਿੱਚ ਕੀ ਉਹ ਹੈ ਜਿਹੜੀ ਗੱਲ ਮੈਂ ਅਕਸਰ ਕਹਿੰਦਾ ਹੁੰਦਾ ਕਿ ਸਰਬੱਤ ਦਾ ਇੱਕ ਮਿੰਟ ਜੀ, ਸਰਬੱਤ ਜੇ ਅਸੀਂ ਇਸ ਵੇਲੇ ਪੁਰਾਣਾ ਜਿਹੜਾ ਕੰਮ ਹੈਗਾ ਸੰਗਠਿਤ ਪਰਿਵਾਰਾਂ ਦਾ, ਸੰਗਠਿਤ ਪਿੰਡਾਂ ਦਾ ਸਾਂਝਾ ਕੰਮ ਆਪਣੇ ਤੌਰ ਤੇ ਅਡਾਪਟ ਕਰ ਲਈਏ, ਕਿਸੇ ਨੇ ਤੁਹਾਡੇ ਟੈਸਟ ਕਰਨ ਨਹੀਂ ਆਉਣੇ, ਇਹਦਾ ਪ੍ਰਬੰਧ ਸਾਨੂੰ ਆਪ ਕਰਨਾ ਪਵੇਗਾ। ਇਹ ਜਿਹੜਾ ਇਸ ਵੇਲੇ ਬਿਲਕੁਲ ਵਾਜਬ ਸੁਨੇਹਾ ਦੇ ਰਹੇ ਹੋ। ਇੱਕ ਮਿੰਟ ਬਸ, ਜਿਹੜੀ ਅੱਜ ਆਕਸੀਜਨ ਦੇ ਪਿੱਛੇ ਅਸੀਂ ਲੁੱਟਦੇ ਤੁਰੇ ਫਿਰਦੇ ਹਾਂ, ਹਰਕਮਲ ਜੀ ਇਸ ਗੱਲ ਦੇ ਗਵਾਹ ਨੇ। 2013 ਦੇ ਵਿੱਚ ਉਸ ਵੇਲੇ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਸਾਡੇ ਸਮਾਗਮ 'ਚ ਕਿਹਾ ਸੀ ਕਿ ਅਸੀਂ ਅਗਲੇ 50 ਸਾਲਾਂ ਦੇ ਵਿੱਚ ਜਿਹੜਾ ਜੰਗਲਾਤ ਹੇਠ ਰਕਬਾ ਹੈ ਇਹ ਦੁੱਗਣਾ ਕਰ ਦਿਆਂਗੇ। ਅਫਸੋਸ ਕਿ ਉਸ ਵੇਲੇ 6.23 ਸੀ, ਜਦ ਕਿ ਮੁੱਖ ਮੰਤਰੀ ਸਾਹਿਬ 7% ਕਹਿ ਰਹੇ ਸੀ, ਉਹ 6.23 ਤੋਂ ਘਟ ਕੇ 3.28 ਰਹਿ ਗਿਆ, ਤੇ ਚਾਹੀਦਾ 21% ਹੈ। ਉਹਦੇ ਵਿੱਚ ਕਿਸਾਨ ਵੀ ਜ਼ਿੰਮੇਵਾਰ, ਅਸੀਂ ਬਿਲਡਿੰਗਾਂ ਬਣਾਉਣ ਵਾਲੇ ਵੀ ਜ਼ਿੰਮੇਵਾਰ। ਜਿੰਨੀਆਂ ਸੜਕਾਂ ਬਣਾਈਆਂ ਸਾਰਿਆਂ ਦੇ ਦਰਖਤ ਕੱਟ ਕੇ ਜੋ ਵਾਅਦਾ ਕੀਤਾ ਸੀ, ਜੰਗਲਾਤ ਮਹਿਕਮੇ ਦੇ ਮੰਤਰੀ ਨੂੰ ਨਹੀਂ ਪਤਾ ਕਿ ਉਹਦਾ ਜੰਗਲਾਤ ਹੇਠ ਰਕਬਾ ਕਿੰਨਾ ਹੈਗਾ। ਜਿਹੜੀ ਕੁਦਰਤ ਦੀ ਆਕਸੀਜਨ ਵੀ ਤੁਸੀਂ ਖਾ ਗਏ ਤੇ ਫਿਰ ਤੁਹਾਡਾ। ਥੈਂਕ ਯੂ ਢਿੱਲੋਂ ਸਾਹਿਬ, ਬਿਲਕੁਲ ਥੈਂਕ ਯੂ ਵੈਰੀ ਮਚ ਢਿੱਲੋਂ ਸਾਹਿਬ। ਜਿਹੜੇ ਇਸ ਵੇਲੇ ਮੌਜੂਦਾ ਜੰਗਲਾਤ ਮੰਤਰੀ ਹੈ ਸਾਧੂ ਸਿੰਘ ਧਰਮਸੋਤ, ਜੇ ਉਹਨਾਂ ਨਾਲ ਇੰਟਰਵਿਊ ਕਰੋਗੇ ਤਾਂ ਇਦਾਂ ਲੱਗੇਗਾ ਜਿਵੇਂ ਸਾਰਾ ਪੰਜਾਬ ਹੀ ਹਰਾ ਭਰਾ ਹੋ ਗਿਆ ਹੈ। ਸੱਚਾਈ ਕਿਤੇ ਜ਼ਮੀਨੀ ਹਕੀਕਤਾਂ ਬਹੁਤ ਦੂਰ ਦੀ ਗੱਲ ਹੈ। ਇਹਨਾਂ ਮੁੱਦਿਆਂ ਤੇ ਆਉਣ ਦੇ ਲਈ ਮੈਂ ਸਾਡੇ ਸੀਨੀਅਰ ਜਰਨਲਿਸਟ ਹਰਕਮਲ ਜੀ, ਪ੍ਰਾਸ਼ਰ ਸਾਹਿਬ, ਜਸਪਾਲ ਢਿੱਲੋਂ, ਨਰਪਿੰਦਰ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਹਾਂ। ਪੰਜਾਬ ਦੀ ਜ਼ਮੀਨੀ ਹਕੀਕਤ ਤੇ ਦਿੱਤੀ ਹੈ ਜਾਣਕਾਰੀ, ਉਮੀਦ ਹੈ ਸਾਡੇ ਦਰਸ਼ਕਾਂ ਨੂੰ ਪਸੰਦ ਆਏਗੀ ਤੇ ਤੁਸੀਂ ਆਪਣੇ ਜਿਹੜੇ ਕਮਿਊਨੀਕੇਸ਼ਨ ਦੇ ਸੋਰਸ ਜਾਂ ਸਾਧਨ ਹੈ ਸ਼ੇਅਰ ਜ਼ਰੂਰ ਕਰੋਗੇ, ਕਿਉਂਕਿ ਪੰਜਾਬ ਦੀ ਆਵਾਜ਼ ਹੈ। ਇਹਨਾਂ ਮੁੱਦਿਆਂ ਤੇ ਆਉਣ ਲਈ ਤੁਹਾਡੇ ਸਾਰਿਆਂ ਵੱਲੋਂ ਮੈਂ ਇੱਕ ਵਾਰ ਫਿਰ ਸਾਡੇ ਸਾਰੇ ਸੀਨੀਅਰ ਜਰਨਲਿਸਟਾਂ ਦਾ ਧੰਨਵਾਦੀ ਤਾਂ ਹਾਂ ਹੀ। ਇਸ ਦੇ ਨਾਲ ਹੀ ਤੁਹਾਡੇ ਕੋਲੋਂ ਵੀ ਲਵਾਂਗਾ ਇਜਾਜ਼ਤ।
ਸਤਿ ਸ੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।